ਸ਼ੁਰੂ ਕਰਦੇ ਹਾਂ ਉਸ ਦੋ ਜਹਾਨ ਦੇ ਪਾਲਨਹਾਰ ਦਾ ਨਾਮ ਲੈ ਕੇ, ਜੋ ਸਭ ਤੇ ਬਹੁਤ ਹੀ ਰਹਿਮਤਾਂ ਔਰ ਬਖਸ਼ਿਸ਼ਾਂ ਕਰਨੇ ਵਾਲਾ ਹੈ। ਅੱਜ ਦਾ ਇਹ ਸਤਸੰਗ ਅਸੀਂ ਸ਼ੁਰੂ ਕਰੀਏ ਉਸ ਤੋਂ ਪਹਿਲਾਂ ਅੱਜ ਜਿਸ ਪਰਿਵਾਰ ਦੀ ਵਜ੍ਹਾ ਦੇ ਨਾਲ ਸਾਨੂੰ ਸਾਰਿਆਂ ਜੀਵਾਂ ਨੂੰ ਇਹ ਸਤਸੰਗ ਦੇ ਵਿੱਚ ਬੈਠਣ ਦਾ ਮੌਕਾ ਮਿਲਿਆ ਹੈ, ਇਹ ਸਤਸੰਗ ਦਾ ਆਨੰਦ ਲੈਣ ਵਾਸਤੇ ਅਸੀਂ ਇੱਥੇ ਇਕੱਠੇ ਹੋਏ ਹਾਂ, ਜਿਸ ਪਰਿਵਾਰ ਦੀ ਵਜ੍ਹਾ ਦੇ ਨਾਲ ਸਭ ਤੋਂ ਪਹਿਲਾਂ ਅਸੀਂ ਆਪਣੀ ਤਰਫੋਂ ਆਈ ਹੋਈ ਸਾਰੀ ਸੰਗਤ ਦੀ ਤਰਫੋਂ ਇਸ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਦੇਵਾਂਗੇ, ਮੁਬਾਰਕਬਾਦ ਦੇਵਾਂਗੇ, ਕਿਉਂਕਿ ਇਸ ਪਰਿਵਾਰ ਨੇ ਬੇਨਤੀ ਕਰਕੇ ਸਤਸੰਗ ਦਾ ਸਮਾਂ ਲਿਆ, ਇਹ ਇੰਤਜ਼ਾਮ ਕੀਤਾ ਤਾਂ ਸਾਨੂੰ ਸਾਰਿਆਂ ਨੂੰ ਇਹ ਮੌਕਾ ਮਿਲਿਆ। ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਸਭ ਤੋਂ ਪਹਿਲਾਂ ਇਸ ਪਰਿਵਾਰ ਵਾਸਤੇ ਉਸ ਮਾਲਿਕ ਪਰਮਾਤਮਾ ਪ੍ਰਭੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ ਕਿ ਮਾਲਿਕ ਇਸ ਘਰ ਪਰਿਵਾਰ ਤੇ ਇਸ ਪੂਰੇ ਨਗਰ ਤੇ ਆਪਣੀ ਕਿਰਪਾ ਦਇਆ ਮਿਹਰ ਹਮੇਸ਼ਾ ਬਣਾਏ ਰੱਖਣ। ਆਉਣ ਵਾਲਾ ਸਮਾਂ ਇਸ ਪਰਿਵਾਰ ਵਾਸਤੇ, ਨਗਰ ਵਾਸੀਆਂ ਵਾਸਤੇ ਖੁਸ਼ੀਆਂ ਭਰਿਆ ਆਵੇ। ਇੰਨੀਆਂ ਖੁਸ਼ੀਆਂ ਮਾਲਿਕ ਇਹਨਾਂ ਨੂੰ ਦੇਣ ਕਿ ਜਿੱਦਾਂ ਖੁਸ਼ੀਆਂ ਦੇ ਨਾਲ ਇਹ ਅੱਜ ਸਤਸੰਗ ਕਰਵਾ ਰਹੇ ਹੈ, ਇੱਦਾਂ ਹੀ ਇਸ ਨਗਰ 'ਚ ਇਸ ਘਰ 'ਚ ਖੁਸ਼ੀਆਂ ਆਉਂਦੀਆਂ ਰਹਿਣ ਔਰ ਰਲ ਮਿਲ ਕੇ ਸਤਸੰਗ ਕਰਵਾਉਂਦੇ ਰਹਿਣ ਔਰ ਸਾਨੂੰ ਸਾਰਿਆਂ ਨੂੰ ਇਸ ਸਤਸੰਗ 'ਚ ਬੈਠਣ ਦਾ ਮੌਕਾ ਮਿਲਦਾ ਰਹੇ। ਇਹ ਸਾਰੀ ਸੰਗਤ ਰਲ ਕੇ ਉਸ ਪਰਮਾਤਮਾ, ਉਸ ਪ੍ਰਭੂ, ਉਸ ਮਾਲਿਕ ਦੇ ਚਰਨਾਂ 'ਚ ਅਰਦਾਸ ਕਰੋ। ਔਰ ਤੁਸੀਂ ਦੇਖ ਰਹੇ ਹੋ ਕਿ ਬਾਰਿਸ਼ ਸੁਬਾਹ ਦੀ ਕੀ ਰਾਤ ਦੀ, ਔਰ ਕਈ ਜਗ੍ਹਾ ਤਾਂ ਕੱਲ ਤੋਂ ਹੀ ਬਾਰਿਸ਼ ਬੜੇ ਜ਼ੋਰਾਂ ਦੀ ਹੋ ਰਹੀ ਹੈ। ਔਰ ਕਈ ਸੋਚ ਰਹੇ ਹੋਣਗੇ ਕਿ ਬਾਰਿਸ਼ ਨੇ ਸਾਰਾ ਕੰਮ ਖਰਾਬ ਕਰ ਦਿੱਤਾ, ਪਰ ਅਸੀਂ ਕਹਾਂਗੇ ਸ਼ੁਕਰ ਹੈ ਜੇ ਬਾਰਿਸ਼ ਪਈ ਤਾਂ ਸਾਨੂੰ ਇਸ ਪਵਿੱਤਰ ਅਸਥਾਨ ਤੇ ਆ ਕੇ ਸਤਸੰਗ ਤੇ ਬੈਠਣ ਦਾ, ਸਤਸੰਗ ਕਰਨ ਦਾ ਮੌਕਾ ਮਿਲਿਆ, ਕਿਉਂਕਿ ਅਸੀਂ ਸ਼੍ਰੀ ਗੁਰੂ ਰਵਿਦਾਸ ਜੀ ਦੀ ਹਾਜ਼ਰੀ 'ਚ ਬੈਠੇ ਹਾਂ, ਇਸ ਪਵਿੱਤਰ ਅਸਥਾਨ ਤੇ ਬੈਠੇ ਹਾਂ। ਜਰਾ ਸੋਚੋ ਜੇ ਬਾਰਿਸ਼ ਨਾ ਹੁੰਦੀ ਤਾਂ ਫਿਰ ਟੈਂਟ ਲੱਗਾ ਹੋਣਾ ਸੀ ਰੋਡ ਤੇ, ਤਾਂ ਸਤਸੰਗ ਤਾਂ ਮਿਲਣਾ ਸੀ, ਪਰ ਇੱਥੇ ਸਤਸੰਗ ਤਾਂ ਮਿਲਿਆ ਹੀ ਹੈ, ਨਾਲ ਨਾਲ ਗੁਰੂ ਘਰ 'ਚ ਬੈਠਣ ਦਾ ਫਲ ਵੀ ਮਿਲ ਗਿਆ ਸਾਨੂੰ। ਇਸ ਲਈ ਜੋ ਪ੍ਰਮਾਤਮਾ ਕਰਦਾ ਹੈ, ਜੋ ਹੁੰਦਾ ਹੈ ਸਾਡੇ ਜੀਵਨ ਵਾਸਤੇ, ਉਹ ਅੱਛਾ ਹੀ ਹੁੰਦਾ ਹੈ। ਇਸ ਲਈ ਕਦੀ ਵੀ ਬੰਦਾ ਇਹ ਨਾ ਸੋਚੇ ਕਿ ਬਾਰਿਸ਼ ਨੇ ਤਾਂ ਸਾਰਾ ਕੰਮ ਖਰਾਬ ਕਰ ਦਿੱਤਾ, ਨਹੀਂ ਤਾਂ ਅਸੀਂ ਆਹ ਕਰਨਾ ਸੀ, ਅਸੀਂ ਉਹ ਕਰਨਾ ਸੀ, ਪਰ ਅਸੀਂ ਇੱਕੋ ਹੀ ਗੱਲ ਕਵਾਂਗੇ ਕਿ ਬਾਰਿਸ਼ ਨੇ ਤਾਂ ਸਾਡਾ ਕੰਮ ਹੋਰ ਵੀ ਬਣਾ ਦਿੱਤਾ। ਸਮਝਦੇ ਹੋ ਕਿ ਨਹੀਂ? ਇਸ ਲਈ ਸ਼ੁਕਰ ਹੈ ਉਸ ਪਰਮਾਤਮਾ ਦਾ ਕਿ ਸਾਨੂੰ ਇਹ ਮੌਕਾ ਮਿਲਿਆ, ਸਮਾਂ ਮਿਲਿਆ ਗੁਰੂ ਘਰ 'ਚ ਬਹਿ ਕੇ ਉਸ ਮਾਲਿਕ ਦੀ ਉਸਤਤ ਕਰਨ ਦਾ। ਸੋ ਅੱਜ ਜੇ ਅਸੀਂ ਇਸ ਪਵਿੱਤਰ ਸਥਾਨ ਤੇ ਬੈਠੇ ਹਾਂ ਤਾਂ ਅੱਜ ਦੇ ਸਤਸੰਗ ਦੀ ਸ਼ੁਰੂਆਤ ਅਸੀਂ ਸ਼੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਤੋਂ ਔਰ ਉਹਨਾਂ ਦੀ ਜੀਵਨੀ ਤੋਂ ਕਰਾਂਗੇ, ਕਿਉਂਕਿ ਇੱਕ ਸ਼ਬਦ ਦੇ ਅੰਦਰ ਸ਼੍ਰੀ ਗੁਰੂ ਰਵਿਦਾਸ ਜੀ ਬੜੀ ਪਿਆਰੀ, ਸਾਨੂੰ ਬਹੁਤ ਪਿਆਰੀ ਸਿੱਖਿਆ ਦੇ ਰਹੇ ਹੈ ਔਰ ਬੜੀ ਗਹਿਰੀ ਗੱਲ ਸਾਨੂੰ ਸਮਝਾ ਰਹੇ ਹੈ, ਜੋ ਕਿ ਸਾਡੇ ਸਾਰਿਆਂ ਵਾਸਤੇ ਸਮਝਣੀ ਬਹੁਤ ਜ਼ਰੂਰੀ ਹੈ। ਉਹ ਕਿਹੜੀ ਗੱਲ ਹੈ? ਕਿਉਂਕਿ ਗੁਰੂਆਂ ਰਹਿਬਰਾਂ ਦੀਆਂ ਕੁਝ ਐਸੀਆਂ ਪ੍ਰੇਮ ਭਰੀਆਂ, ਗਿਆਨ ਭਰੀਆਂ ਗੱਲਾਂ ਹੁੰਦੀਆਂ ਹੈ, ਉਹਨਾਂ ਦੇ ਐਸੇ ਕੁਝ ਵਚਨ ਹੁੰਦੇ ਹੈ, ਅਗਰ ਉਹਨਾਂ ਵਚਨਾਂ ਨੂੰ ਅਸੀਂ ਸਮਝ ਲਈਏ, ਉਹਨਾਂ ਵਚਨਾਂ ਦੀ ਗਹਿਰਾਈ ਨੂੰ ਸਮਝ ਲਈਏ ਤਾਂ ਅਸੀਂ ਬਹੁਤ ਕੁਝ ਲੈ ਲੈਂਦੇ ਹਾਂ, ਬਹੁਤ ਕੁਝ ਪ੍ਰਾਪਤ ਕਰ ਸਕਦੇ ਹਾਂ ਅਸੀਂ। ਇਸ ਲਈ ਅੱਜ ਜੇ ਅਸੀਂ ਵੀ ਇੱਥੇ ਆਏ ਹਾਂ, ਇਸ ਸਤਸੰਗ ਦੇ ਅੰਦਰ ਆਏ ਹਾਂ, ਤਾਂ ਅੱਜ ਅਸੀਂ ਵੀ ਬਹੁਤ ਕੁਝ ਪ੍ਰਾਪਤ ਕਰਕੇ ਜਾਣਾ ਹੈ, ਬਹੁਤ ਕੁਝ ਸਮਝ ਕੇ ਜਾਣਾ ਹੈ, ਬਹੁਤ ਕੁਝ ਸਿੱਖ ਕੇ ਜਾਣਾ ਹੈ ਅਸੀਂ। ਇਸੇ ਲਈ ਅਸੀਂ ਅੱਜ ਦੇ ਸਤਸੰਗ ਦੀ ਸ਼ੁਰੂਆਤ ਸ਼੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਤੋਂ ਕਰਾਂਗੇ, ਜਿਹਦੇ ਵਿੱਚ ਉਹ ਦੱਸਦੇ ਹੈ, ਕੀ ਕਹਿੰਦੇ ਆ ਸ਼੍ਰੀ ਗੁਰੂ ਰਵਿਦਾਸ ਜੀ, ਕਿ ਧਨ ਸ਼ੋਹਰਤ ਪਦਵੀ ਮਿਲੇ, ਧਨ ਸ਼ੋਹਰਤ ਪਦਵੀ ਮਿਲੇ, ਮਿਲੇ ਮਹਿਲ ਪਦਾਰਥ ਆਨ। ਜਰਾ ਸਮਝਣਾ, ਉਹ ਕਹਿੰਦੇ ਇਹਦੇ 'ਚ ਉਹਨਾਂ ਨੇ ਕੀ ਕੀ ਦੱਸਿਆ? ਧਨ, ਸ਼ੌਹਰਤ, ਪਦਵੀ, ਮਹਿਲ, ਪਦਾਰਥ। ਜਦੋਂ ਪਦਾਰਥਾਂ ਦੀ ਗੱਲ ਆਉਂਦੀ ਤਾਂ ਉਹਦੇ 'ਚ ਸਾਰੇ ਪਦਾਰਥ ਆ ਜਾਂਦੇ ਹੈ, ਕਿਉਂਕਿ ਪਦਾਰਥਾਂ ਵਿੱਚ ਕੋਈ ਇੱਕ ਚੀਜ਼ ਨਹੀਂ ਹੁੰਦੀ। ਪਦਾਰਥ ਦੇ ਵਿੱਚ ਚੰਗਾ ਪਹਿਨਣ ਨੂੰ ਕੱਪੜਾ ਆ ਜਾਂਦਾ ਹੈ, ਚੰਗਾ ਖਾਣ ਨੂੰ ਭੋਜਨ ਆ ਜਾਂਦਾ ਹੈ, ਜਾਂ ਹੋਰ ਇਨਸਾਨ ਜੀਵਨ ਦੇ ਅੰਦਰ ਜੋ ਇਨਸਾਨ ਦੀਆਂ ਜ਼ਰੂਰਤਾਂ ਹੈ, ਬੰਦਾ ਕਹਿੰਦਾ ਮੈਨੂੰ ਉਹ ਸਗਲ ਪਦਾਰਥ ਚਾਹੀਦੇ ਹੈ। ਤਾਂ ਇੱਥੇ ਗੁਰੂ ਇਸ਼ਾਰਾ ਕਰਦੇ ਹੈ ਕਿ ਅਗਰ ਜੀਵਨ ਦੇ ਵਿੱਚ ਤੈਨੂੰ ਧਨ ਵੀ ਮਿਲ ਜਾਵੇ, ਧਨ ਪਦਵੀ, ਧਨ ਸ਼ੋਹਰਤ ਪਦਵੀ ਮਿਲੇ, ਕਿ ਤੈਨੂੰ ਧਨ ਵੀ ਮਿਲ ਜਾਵੇ, ਸ਼ੋਹਰਤ ਵੀ ਮਿਲ ਜਾਵੇ, ਕਿਉਂਕਿ ਕਈ ਜੀਵ ਹੁੰਦੇ ਉਹ ਕਹਿੰਦੇ ਸਾਨੂੰ ਬਹੁਤਾ ਧਨ ਚਾਹੀਦਾ ਹੈ, ਉਹ ਹਮੇਸ਼ਾ ਧਨ ਨੂੰ ਹੀ ਮੰਗਦੇ ਹੈ, ਤਾਂ ਕਈ ਸ਼ੋਹਰਤ ਮੰਗਦੇ ਹੈ। ਸ਼ੋਹਰਤ ਦਾ ਮਤਲਬ ਤੁਸੀਂ ਸਮਝਦੇ ਹੋ ਕਿ ਚਾਰੋਂ ਪਾਸੇ ਮੇਰਾ ਨਾਮ ਹੋਵੇ, ਚਾਰੋਂ ਪਾਸੇ ਲੋਕ ਮੈਨੂੰ ਜਾਣਨ, ਚਾਰੋਂ ਪਾਸੇ ਮੇਰੀ ਪਹਿਚਾਣ ਹੋਵੇ, ਜਿੱਧਰ ਦੀ ਲੰਘ ਜਾਵਾਂ ਲੋਕ ਮੈਨੂੰ ਕਹਿਣ ਉਹ ਜਾ ਰਿਹਾ ਹੈ। ਇਹਨੂੰ ਕਹਿੰਦੇ ਸ਼ੋਹਰਤ, ਕਿ ਦੂਰ ਦੂਰ ਤੱਕ ਮੇਰਾ ਨਾਮ ਫੈਲ ਜਾਵੇ। ਉਹਨੂੰ ਕਹਿ ਦਿੰਦੇ ਸ਼ੋਹਰਤ, ਕਿ ਹਰ ਪਾਸੇ ਮੇਰੀ ਸ਼ੋਹਰਤ ਹੋਵੇ, ਦੇਸ਼ ਵਿਦੇਸ਼ ਜਿੱਧਰ ਵੀ ਮੈਂ ਚਲਾ ਜਾਵਾਂ ਲੋਕ ਮੈਨੂੰ ਜਾਣਨ।
मेरा नाम होवे, इनू कह देंगे शोहरत। धन तुसी समझदे हो, शोहरत यानी मेरा नाम चारों तरफ होवे। और पदवी, पदवी का मतलब मैनू उच्ची तो उच्ची पोस्ट मिले, उच्ची तो उच्ची कुर्सी मिले। इसलिए तुसी देखो कुर्सियां दे बड़े झगड़े हुंदे है, कुर्सियां नू लैके कि मैं इस कुर्सी ते बैठना है, मैं इस सीट ते बैठना है। और कई वेरा उस सीट ते, उस कुर्सी ते पहुंचने वास्ते इंसान किन्ने झगड़े करता है, किन्नी राजनीति चलती है, किन्ने लोगों का खून बहंदा है, किन्नियां दी गर्दन ते छुरी फिरदी है, यानी किन्ना कुछ इंसान करता है उस पदवी नू पाने दी खातर। फिर वो पदवी चाहे राजनीति की कुर्सी होवे, चाहे किसी की प्रधानगी दी। जरा गौर करना, झगड़े हो जाते हैं कि नहीं एक पदवी की खातर। इसलिए समझना कि श्री गुरु रविदास जी दसदे है कि इंसान हमेशा कोई धन नू मंग रहा है, कोई शोहरत मंगता है, कोई पदवी मंगता है। इसलिए उन्होंने क्या धन, जरा गौर करना, इसलिए उन्होंने कहा धन शोहरत पदवी मिले। फर्ज कर मिल गया तेनू धन भी, मिल गई तेनू उच्ची पदवी भी, मिल गई तेनू दुनिया भर की शोहरत भी। और अगे की कहते हैं, धन शोहरत पदवी मिले, मिले महल पदार्थ आन। और कहते मिल गया तेनू दुनिया का सब तो सुंदर महल, क्योंकि यह भी तो बंदे का सपना ही हुंदा ना कि मेरा घर सोहना चाहिए है, मेरे को इदां दा घर होवे जिहड़ा दुनिया ते किसे कोल होवे ही ना, कि जिन्हों दुनिया देखे भी इहदा घर बहुत सोहना है। क्योंकि इंसान कहता सुंदर घर, और मेरे को दुनिया भर दे पदार्थ होण, घर दे अंदर टीवी होवे, फ्रिज होवे, अच्छियां कुर्सियां होण, सोफा सैट होवे, सोना चांदी हीरे मोती सब कुछ होण, इन्हां नूं पदार्थ कह दिंदे है। हुण जरा गौर करना, जिहड़ी चीज नूं सारी दुनिया मंग रही है, जिहड़ी चीज पिछे सारी दुनिया दौड़ रही है, श्री गुरु रविदास जी ने दसिया कि प्यारिया फर्ज करो तेनू सब कुछ मिल भी गया, धन भी मिल गया, शोहरत भी मिल गई, पदवी भी मिल गई, महल भी मिल गए, और दुनिया भर दे पदार्थ भी तेनू मिल गए, पर फिर भी ये ना सोची कि तेरा जीवन सफल हो गया, ये ना सोची कि तेनू सफलता मिल गई, तू रब दे घर बख्शिया जाएगा, तेरी मुक्ति हो जाएगी, तेरा 84 का चक्कर खत्म हो जाएगा। वो कहते नहीं, इन्हां चीज़ां नाल तेरा जीवन सफल नहीं होना, इन्हां चीज़ां नाल तेरा जीवन सफल नहीं होना, इन्हां चीज़ां ने तेनू जीवन च सफलता नहीं देनी। फिर सफलता मिलनी कादे च है? वो अगली लाइन च गुरु दसदे है की कहंदे, जरा ध्यान नाल समझना कि धन शोहरत पदवी मिले, मिले महल पदार्थ आन, कहे रविदास सत ज्ञान बिन सब ही बिरथा जान। जरा गौर करने वाली गल है। एक आखिरी लाइन जी है ना गुरुआ ने इस शब्द की दसी, ये उन्होंने सारी गल खोल के दस दी कि अज इंसान धन दौलत पदवी शोहरत इज्जत सब कुछ चाहता है, पर गुरुआ ने क्या अगर तेरे जीवन सत ज्ञान नहीं है, अगर तेरे जीवन च ज्ञान नहीं है तो तेरी ये शोहरत भी व्यर्थ है, तेरी धन दौलत भी व्यर्थ है, तेरी उच्ची पदवी भी व्यर्थ है, तेरे को जो भी दुनिया भर दे पदार्थ है वो सब व्यर्थ हो जाते हैं अगर तेरे को सत ज्ञान नहीं है। सत ज्ञान का मतलब की है? सत ज्ञान का मतलब वो परमात्मा का ज्ञान, वो प्रभु दे घर का ज्ञान। हुण जरा सोच के देखना, हुण गुरुआ ने क्यों किया कि कहे रविदास सत ज्ञान बिन सब ही बिरथा जान। वो कहते बिना सत ज्ञान तो तू होर जो मर्जी इकट्ठा कर लै, होर जो मर्जी जोड़ लै, ये सब व्यर्थ है। कारण की है? कारण इको ही है कि जो मौत आनी है ना, ये सब कुछ इत्थे रह जाना है, वो तेरे ज्ञान नहीं तेनों उत्थे बचाना है। जरा समझना सारे जी। इसलिए अगर गुरुआं दी इस वाणी दी गहराई नूं देखिया जावे तो गुरु कहंदे है कि भाई तेरे जीवन च ज्ञान का होना बहुत जरूरी है। और ज्ञान भी सत ज्ञान किया उन्होंने, क्योंकि ज्ञान एक दुनियावी हुंदा है, एक दुनिया का ज्ञान हुंदा है, पर एक वो सत का ज्ञान हुंदा है, वो हरि का ज्ञान हुंदा है, वो प्रभु का ज्ञान हुंदा है। और इत्थे गुरु सत ज्ञान की गल करते हैं। और ये सत ज्ञान जब भी इंसान नूं प्राप्त हुंदा है तो सत संग दे अंदरों हुंदा है, क्योंकि सत ज्ञान सत संग विच बैठ के ही इंसान प्राप्त कर सकता है। जिद्दां असीं कई बार दसीदा कि दुनियावी ज्ञान तो सानू स्कूलों कॉलेजों तो पाठशाला तो विद्यालयों चों मिल जाएगा, पर जिहड़ा सत ज्ञान है वह तो सानू संतां दी संगत अंदर बैठ के ही मिलेगा। और बिना सत ज्ञान तो साडा ये जीवन, साडे जीवन भर दे पदार्थ ये सब बेअर्थ है,
इसलिए थोड़ा जिहा बंदा सोच के देखे, थोड़ा जिहा बंदा विचार करके देखे कि मेरे को धन है, मेरे को अच्छा कपड़ा भी है, मेरे को महल चुवारे सब कुछ है, क्योंकि कोई इंसान सड़क ते नहीं सौंदा, सौंदा अपने घर च ही है कि मेरे को सब कुछ है, पर की मेरे को ज्ञान है प्रभु दे घर दा, कि मैं उस सत नूं जानिया है, उस प्रभु नूं जानिया जिन्हां मैनूं जीवन दिता है। अगर मैं उस सत ज्ञान नूं नहीं हाले तक प्राप्त किया या उस ज्ञान नाल मेरी सुरती नहीं जुड़ी, तो फिर गुरुआं दे बात अनुसार मैं जो भी अज तक इकट्ठा किया है वो सब कुछ व्यर्थ है। फिर तो व्यर्थ नूं इकट्ठा करदे ही उम्र बीत गई, फिर तो जितनी भी जिंदगी गुजरी है ਇਹਦਾ मतलब ਅਸੀਂ व्यर्थ ਨੂੰ ਹੀ ਇਕੱਠਾ ਕਰਦੇ ਕਰਦੇ ਆ ਗਏ, ਹਾਲੇ ਤੱਕ ਉਹ ਚੀਜ਼ ਤੱਕ ਪਹੁੰਚੇ ਨਹੀਂ ਜਿਹਦੇ ਬਾਰੇ ਗੁਰੂਆਂ ਨੇ ਕਿਹਾ ਕਿ ਕਹੇ ਰਵਿਦਾਸ ਸਤ ਗਿਆਨ ਬਿਨ ਸਭ ਹੀ ਬਿਰਥਾ ਜਾਣ। ਇਸ ਲਈ ਅੱਜ ਜੇ ਇੱਥੇ ਆਏ ਆ ਤਾਂ ਅਸੀਂ ਇਹੀ ਚੀਜ਼ ਸਮਝਣੀ ਹੈ ਕਿ ਕਿੱਦਾਂ ਸਾਡੇ ਜੀਵਨ 'ਚੋਂ ਗਿਆਨ ਆਵੇ, ਔਰ ਐਸਾ ਕੀ ਸਾਨੂੰ ਕਰਨਾ ਪਏਗਾ ਕਿ ਜਿਹੜਾ ਸਾਡੇ ਜੀਵਨ 'ਚ ਗਿਆਨ ਆਵੇ। ਗਿਆਨ ਆਏਗਾ ਤਾਂ ਸਾਡੇ ਜੀਵਨ 'ਚ ਖੁਸ਼ੀ ਆਏਗੀ, ਖੁਸ਼ੀ ਆਏਗੀ ਤਾਂ फिर बंदा कहेगा कि मेरा जीवन सफल हो गया, क्योंकि ज्ञान सानू उस खुशी, जो खुशी की गल करते तो यह मतलब वो आनंद नाल जोड़ता है, वो परमात्मा नाल जोड़ता है, जिहदे नाल जुड़ के साडा ये जीवन सफल होता है। नहीं तो जे खुशी गई है तो खुशियां तो बंदे छोटी छोटिया गल्लां तो भी मिल जाती, और दुखी भी बंदा बड़ी जल्दी हो जाता है। बोलो हो जाता कि नहीं? इसलिए ये जिहड़ी खुशी की गल असीं कर रहे हैं, ये छोटी छोटी खुशियां नहीं है, ये माड़ियां मोटियां खुशियां नहीं है, ये खुशी वो है जो परमानंद नाल जुड़ के प्राप्त होती है। इसलिए इत्थे श्री गुरु रविदास जी के जीवन की एक कहानी, उन्होंने जीवन की एक साखी दसना चाहांगे। कहानी इसलिए कह रहे हैं क्योंकि श्री गुरु रविदास जी अपने सेवकां नूं समझाउण वास्ते कई बार कुछ कहानियां सुणांदे हुंदे सी, जिहदा गुरु रहबर संत साखियां दे जरिए अपने जीवन नूं ज्ञान दिंदे सी। इसी तरह श्री गुरु रविदास जी भी अपने वचनों के जरिए, अपने शब्दों के जरिए जो संगत उन्होंने कोल बैठती सी तो कुछ ऐसे वो वचन करते सी, कुछ ऐसिया कहानियां ज्ञान देने वालियां संगत नूं सुणांदे सी कि जिन्हां दे जरिए आई हुई संगत नूं ज्ञान मिलता सी। तो शायद तुसीं भी कहानी सुनी होवे कि श्री गुरु रविदास जी एक मेंढक की कहानी सुणांदे हुंदे सी अपनी जीवन। सुनिया कभी किसी ने मेंढक वाली कहानी जो श्री गुरु रविदास जी अपने जीवन नूं समझाउण वास्ते सुणांदे हुंदे सी? किसी ने सुनी कि नहीं? चलो अज असीं सुणा दिंदे हां तुहानूं, क्योंकि बहुत कुछ नवां तां सीखना है। असीं गुरुआं दे बाणियां ते असीं पढ़दे हां, गुरुआं दे शब्द ते असीं पढ़दे हां, पर की गुरु हर वेले शब्दां 'च ही गल करदे सी? नहीं, नाल नाल साखियां भी सुणांदे सी, नाल नाल वो ज्ञान दीयां गल्लां भी दसदे सी, जिन्हां तो सानू शिक्षा मिलती सी कि जे साडे जीवन च दुख है, साडे जीवन च परेशानियां है, साडे जीवन च चिंतावां है, तो असीं उन्हां चिंतावां तो मुक्त किस तरह हो सकते हैं। जरा ध्यान देना, इत्थे श्री गुरु रविदास जी एक मेंढक की साखी सुणांदे हुंदे सी अपने जीवन नूं ज्ञान देण दी खातर, और अज असीं उन्हां दी वो कहानी, उन्हां दी वो साखी तुहानूं भी दसना चाहांगे कि एक बार एक आदमी श्री गुरु रविदास जी दे कोल आया पहली बार वो संतां दी संगत विच आया सी, पहली बार वो सत्संग दे विच आया सी, आके सत्संग च बैठा और जाके सत्संग दे वचन सुने। जदों सत्संग दी समाप्ति होई, गया गुरुआं दे चरणां च नमस्कार कीती, मत्था टेकिया और हथ जोड़ के बेनती करन लगा और कहन लगा कि सतगुरु ये जीवन च तकलीफां, ये जीवन च दुख बहुत है, जीवन च परेशानियां बहुत है, मैनूं ये दसो कि इंसान जिधर भी मैं देखदा हां कि इंसान दुखी नजर आंदा है, इंसान परेशान नजर आंदा है, इंसान दे जीवन च कोई ना कोई परेशानी, कोई ना कोई चिंता नजर आंदी है। इदां क्यों है? इस तरह क्यों है? ये दुनिया ते इन्ने दुख क्यों है? हुण शायद तुसीं भी जे बाजार च जाके देखो, इत्थों निकल जाओ बाहर, जिधर भी तुसीं जाओगे तुहानूं नजर आएगा वो भी बंदा दुखी है, वो भी बंदा दुखी है, बच्चा भी दुखी है, बुजुर्ग भी दुखी है, औरत भी दुखी, मर्द भी दुखी, हर घर दे अंदर दुख ही दुख है। किदां दी परमात्मा ने दुनिया बनाई है, किदां दा परमात्मा ने संसार बनाया है, इन्ने दुख क्यों है? तो जरा हुण समझना सारे जी, जिद्दां ये सवाल उस आदमी दे दिल च आया, हो सकदा संसार दे कई जीवां दे दिल च ये गल आंदी होवे कि परमात्मा ने किदां दा संसार बनाया। कहंदे है कि प्रभु ने, परमात्मा ने, निरंकार ने दुनिया बनाई। अगर परमात्मा ने दुनिया बनाई तो फिर दुख क्यों है इन्ने, इन्नियां परेशानियां क्यों है? उसने भी यही सवाल जो गुरुआं दे कोल कीता, श्री गुरु रविदास जी नूं कहा कि महाराज दुनिया ते इन्ने दुख क्यों है, इन्नियां परेशानियां क्यों है, क्यों चारों पासे दुख ही दुख नजर आ रहे हैं?
ਤਾਂ ਉਸ ਵੇਲੇ ਸ਼੍ਰੀ ਗੁਰੂ ਰਵਿਦਾਸ ਜੀ ਮੁਸਕਰਾ ਕੇ ਉਹਨੂੰ ਕਹਿਣ ਲੱਗੇ, ਬੈਠ, ਜੋ ਤੇਰਾ ਸਵਾਲ ਹੈ ਨਾ ਇਹਦਾ ਤੈਨੂੰ ਜਵਾਬ ਦਿੰਦੇ ਆ, ਬੈਠ। ਉਹਨੂੰ ਬਿਠਾਇਆ ਤਾਂ ਉਸ ਵੇਲੇ ਸ਼੍ਰੀ ਗੁਰੂ ਰਵਿਦਾਸ ਜੀ ਨੇ ਉਹਨੂੰ ਕਿਹਾ ਕਿ ਅਸੀਂ ਤੈਨੂੰ ਇੱਕ ਕਹਾਣੀ ਸੁਣਾਣੀ ਹੈ, ਫਿਰ ਤੈਨੂੰ ਤੇਰੇ ਸਵਾਲ ਦਾ ਜਵਾਬ ਵੀ ਜ਼ਰੂਰ ਦੇਵਾਂਗੇ। ਉਹ ਕਹਿੰਦਾ, ਸਤਿਗੁਰੂ ਸੁਣਾਓ। ਹੁਣ ਉਹ ਤਾਂ ਬੈਠਾ ਹੀ, ਨਾਲ ਨਾਲ ਸੰਗਤ ਵੀ ਕਹਾਣੀ ਸੁਣ ਰਹੀ ਹੈ। ਕਿਹੜੀ ਕਹਾਣੀ ਸੁਣਾਈ ਸ਼੍ਰੀ ਗੁਰੂ ਰਵਿਦਾਸ ਜੀ ਨੇ? ਕਿ ਇੱਕ ਤਲਾਬ ਸੀ, ਛੋਟਾ ਜਿਹਾ ਤਲਾਬ ਸੀ। ਉਹ ਤਲਾਬ ਦੇ ਵਿੱਚ ਕੁਝ ਮੇਂਢਕ ਰਹਿੰਦੇ ਸੀ। ਉਹ ਤਲਾਬ ਦੇ ਵਿੱਚ ਕੁਝ ਮੇਂਢਕ, ਕੁਝ ਡੱਡੂ ਰਹਿੰਦੇ ਸੀ। ਤਾਂ ਹੁਣ ਉਹ ਡੱਡੂ ਉਸ ਤਲਾਬ ਦੇ ਅੰਦਰ ਰਹਿੰਦੇ ਸੀ। ਉਹ ਤਲਾਬ ਦੇ ਅੰਦਰ ਜਿਹੜੀਆਂ ਮੱਖੀਆਂ ਮੱਛਰਾਂ ਨੇ ਆਣਾ, ਉਹਨਾਂ ਨੂੰ ਖਾ ਕੇ ਆਪਣਾ ਜੀਵਨ ਗੁਜ਼ਾਰਨਾ। ਪਰ ਹਾਲਾਤ ਕੁਝ ਐਸੇ ਹੋਏ, ਸਮਾਂ ਕੁਝ ਐਸਾ ਆਇਆ ਕਿ ਕੁਝ ਸਾਲ ਬਰਸਾਤ ਨਹੀਂ ਪਈ। ਜਦੋਂ ਬਰਸਾਤ ਨਹੀਂ ਪਈ ਤਾਂ ਤਲਾਬ ਦਾ ਪਾਣੀ ਧੀਰੇ ਧੀਰੇ ਸੁੱਕਣ ਲੱਗ ਗਿਆ। ਜਦੋਂ ਤਲਾਬ ਦਾ ਪਾਣੀ ਧੀਰੇ ਧੀਰੇ ਸੁੱਕਣ ਲੱਗ ਗਿਆ ਤਾਂ ਉੱਥੇ ਜੋ ਮੱਛਰ ਸੀ, ਮੱਖੀਆਂ ਸੀ, ਜਾਂ ਜੋ ਕੀਟ ਪਤੰਗੇ ਸੀ, ਜਿਨ੍ਹਾਂ ਨੂੰ ਖਾ ਕੇ ਉਹ ਮੇਂਢਕ ਆਪਣਾ ਪੇਟ ਭਰਦੇ ਸੀ, ਹੁਣ ਪਾਣੀ ਘਟਣ ਲੱਗਾ ਤਾਂ ਉਹ ਮੱਖੀ, ਮੱਛਰ, ਉਹ ਕੀਟ ਪਤੰਗਿਆਂ ਦੀ ਵੀ ਕਮੀ ਆਉਣ ਲੱਗ ਗਈ। ਤਾਂ ਉਹਦੇ ਵਿੱਚ ਜਿਹੜੇ ਮੇਂਢਕ ਰਹਿੰਦੇ ਸੀ, ਕੁਝ ਮੇਂਢਕਾਂ ਨੇ ਸਲਾਹ ਕੀਤੀ ਕਿ ਭਈ ਇਹ ਤਲਾਬ ਤਾਂ ਹੁਣ ਸੁੱਕਦਾ ਜਾ ਰਿਹਾ ਹੈ, ਪਾਣੀ ਘਟਦਾ ਜਾ ਰਿਹਾ ਹੈ, ਹੁਣ ਕੀਟ ਪਤੰਗੇ ਵੀ ਹੈ ਨਹੀਂ ਖਾਣ ਨੂੰ, ਕਿਉਂ ਨਾ ਅਸੀਂ ਇਹ ਤਲਾਬ ਨੂੰ ਛੱਡ ਕੇ ਇੱਥੋਂ ਥੋੜੀ ਦੂਰ ਇੱਕ ਨਦੀ ਹੈ, ਸੁਣਿਆ ਹੈ ਕਿ ਉਹਦਾ ਪਾਣੀ ਵੀ ਅੱਛਾ ਹੈ ਔਰ ਉੱਥੇ ਕਮੀ ਵੀ ਕੋਈ ਨਹੀਂ ਹੈ, ਕਿਉਂ ਨਾ ਅਸੀਂ ਉੱਥੇ ਚਲੀਏ। ਪਰ ਇੱਕ ਮੇਂਢਕ ਉਹਨਾਂ ਚੋਂ ਐਸਾ ਸੀ ਜਿਹੜਾ ਕਹਿੰਦਾ, ਲੈ ਇੱਥੇ ਮੇਰੇ ਪੂਰਵਜ ਰਹਿੰਦੇ ਸੀ, ਇੱਥੇ ਮੇਰੇ ਪੂਰਵਜ, ਮੇਰੇ ਸਿਆਣੇ, ਇੱਥੇ ਹੀ ਉਹਨਾਂ ਨੇ ਜਨਮ ਲਿਆ, ਇੱਥੇ ਹੀ ਉਹ ਮਰੇ, ਮੈਂ ਇਹ ਤਲਾਬ ਨੂੰ ਛੱਡ ਕੇ ਨਹੀਂ ਜਾਣਾ, ਮੈਂ ਇਹ ਤਲਾਬ ਨੂੰ ਛੱਡ ਕੇ ਨਹੀਂ ਜਾਣਾ, ਮੈਂ ਤਾਂ ਇੱਥੇ ਹੀ ਰਹਿਣਾ ਹੈ, ਤੁਸੀਂ ਜਿੱਥੇ ਜਾਣਾ ਜਾਓ। ਹੁਣ ਕਹਿੰਦੇ ਇੱਕ ਇੱਕ ਕਰਕੇ ਬਾਕੀ ਮੇਂਢਕ ਨਦੀ ਤਰਫ ਜਾਣ ਲੱਗ ਗਏ, ਪਰ ਉੱਥੇ ਹੀ ਬੈਠਾ ਹੈ। ਉਹਨਾਂ ਉੱਥੇ ਹੀ ਬਹਿ ਕੇ ਰੱਬ ਨੂੰ ਕਹਿਣਾ, ਹੇ ਰੱਬਾ, ਇਹ ਕਿੱਦਾਂ ਦਾ ਤੂੰ ਬਣਾਇਆ ਮੈਨੂੰ, ਇਹ ਕਿੱਦਾਂ ਦਾ ਜੀਵਨ ਦਿੱਤਾ ਹੈ, ਮੈਂ ਬੜਾ ਦੁਖੀ ਹਾਂ, ਮੈਂ ਬੜਾ ਪਰੇਸ਼ਾਨ ਹਾਂ, ਮੈਂ ਪਰੇਸ਼ਾਨ ਹਾਂ ਕਿਉਂਕਿ ਖਾਣ ਨੂੰ ਕੀਟ ਵੀ ਨਹੀਂ ਮਿਲਦੇ, ਪਤੰਗੇ ਵੀ ਨਹੀਂ ਮਿਲਦੇ, ਹੁਣ ਤਾਂ ਮੇਰਾ ਪੇਟ ਵੀ ਨਹੀਂ ਭਰਦਾ, ਸਾਰਾ ਸਾਰਾ ਦਿਨ ਮੈਨੂੰ ਭੁੱਖੇ ਨੂੰ ਗੁਜ਼ਰ ਜਾਂਦਾ ਹੈ। ਹੇ ਰੱਬਾ, ਕਿੱਦਾਂ ਦੀ ਮੈਨੂੰ ਜ਼ਿੰਦਗੀ ਦਿੱਤੀ ਹੈ, ਕਿੱਦਾਂ ਦਾ ਮੈਨੂੰ ਜੀਵਨ ਦਿੱਤਾ ਹੈ। ਉਹਨੇ ਸਵੇਰੇ ਸ਼ਾਮ ਉਸ ਮੇਂਢਕ ਨੇ ਰੱਬ ਦੇ ਅੱਗੇ, ਉਹ ਹਰੀ ਦੇ ਅੱਗੇ ਅਰਦਾਸ ਕਰਨੀ, ਪ੍ਰਾਰਥਨਾ ਕਰਨੀ, ਪ੍ਰਾਰਥਨਾ ਕੀ, ਸ਼ਿਕਾਇਤ ਕਰਨੀ ਕਿ ਕਿੱਦਾਂ ਦੀ ਜ਼ਿੰਦਗੀ ਦਿੱਤੀ ਹੈ, ਕਿੱਦਾਂ ਦਾ ਜੀਵਨ ਦਿੱਤਾ ਹੈ, ਦੇਖ ਆ ਪਾਣੀ ਸੁੱਕਦਾ ਜਾ ਰਿਹਾ ਹੈ, ਕੀਟ ਪਤੰਗੇ ਮੁੱਕਦੇ ਜਾ ਰਹੇ ਆ, ਹੁਣ ਤਾਂ ਪੇਟ ਵੀ ਨਹੀਂ ਭਰਦਾ। ਇਦਾਂ ਉਹਨਾਂ ਸ਼ਿਕਾਇਤਾਂ ਕਰਨੀਆਂ। ਇੱਕ ਦਿਨ ਤੇ ਇੱਕ ਬੰਗਲਾ ਵੀ ਆ ਕੇ ਪੇੜ ਤੇ ਬਹਿ ਗਿਆ। ਜਦੋਂ ਬੰਗਲਾ ਆ ਕੇ ਪੇੜ ਤੇ ਬੈਠਾ, ਇਸ ਮੇਂਢਕ ਨੇ ਦੇਖਿਆ ਕਿ ਬੰਗਲਾ ਵੀ ਆ ਗਿਆ। ਹੇ ਰੱਬਾ, ਹੁਣ ਤਾਂ ਮੇਰੀ ਮੌਤ ਵੀ ਆ ਗਈ, ਹੁਣ ਤਾਂ ਲੱਗਦਾ ਬੰਗਲਾ ਮੈਨੂੰ ਖਾ ਜਾਏਗਾ, ਮੈਂ ਕੀ ਕਰਾਂ, ਤੂੰ ਕਿੱਦਾਂ ਦੀ ਜ਼ਿੰਦਗੀ ਦਿੱਤੀ ਹੈ। ਉਹ ਬਸ ਦਿਨ ਰਾਤ ਸ਼ਿਕਾਇਤ ਹੀ ਕਰ ਰਿਹਾ ਰੱਬ ਨੂੰ, ਆਪਣੇ ਦੁੱਖ ਦੀ, ਆਪਣੀ ਪਰੇਸ਼ਾਨੀ ਦੀ, ਆਪਣੀ ਚਿੰਤਾ ਦੀ। ਹੁਣ ਇੱਕ ਹੋਰ ਮੇਂਢਕ ਸੀ ਜਿਹੜਾ ਹੁਣ ਇੱਕੋ ਹੀ ਰਹਿ ਗਿਆ ਸੀ। ਉਹਨਾਂ ਕਿਹਾ, ਚੱਲ ਭਾਈ, ਹੁਣ ਤਾਂ ਬੰਗਲਾ ਵੀ ਆ ਗਿਆ, ਉਹ ਚੱਲ ਅਸੀਂ ਵੀ ਬਾਕੀ ਮੇਂਢਕਾਂ ਦੀ ਤਰ੍ਹਾਂ ਉਹ ਨਦੀ ਤੇ ਚਲੇ ਜਾਈਏ, ਸੁਣਿਆ ਹੈ ਉੱਥੇ ਬੰਗਲਿਆਂ ਦਾ ਵੀ ਡਰ ਨਹੀਂ ਔਰ ਖਾਣ ਨੂੰ ਵੀ ਸਭ ਕੁਝ ਹੈ, ਚੱਲ। ਉਹ ਕਹਿੰਦਾ, ਨਹੀਂ, ਮੈਂ ਨਹੀਂ ਜਾਣਾ, ਮੈਂ ਕਿਉਂ ਜਾਵਾਂ, ਮੈਂ ਆਪਣੇ ਪੂਰਵਜਾਂ ਨੂੰ ਇੱਥੇ ਦੇਖਿਆ ਸੀ, ਆਪਣੇ ਪੁਰਾਣੇ ਬਜ਼ੁਰਗਾਂ ਨੂੰ ਮੈਂ ਇੱਥੇ ਹੀ ਪਾਇਆ, ਉਹਨਾਂ ਨੂੰ ਇੱਥੇ ਹੀ ਛੱਡਿਆ, ਉਹ ਨਹੀਂ ਕਦੀ ਇਹਨੂੰ ਛੱਡ ਕੇ ਗਏ, ਤਾਂ ਮੈਂ ਕਿਉਂ ਜਾਵਾਂ, ਤੂੰ ਜਾ। ਕਹਿੰਦੇ ਉਹ ਆਖਰੀ ਮੇਂਢਕ ਵੀ ਚਲਾ ਗਿਆ, ਪਰ ਹੁਣ ਇਹ ਇਕੱਲਾ ਹੀ ਉਸ ਤਲਾਬ ਦੇ ਕੋਲ ਬੈਠਾ ਹੈ। ਨਾ ਉੱਥੇ ਕੀਟ ਮਿਲਦੇ ਖਾਣ ਨੂੰ, ਨਾ ਪਤੰਗੇ ਮਿਲਦੇ ਖਾਣ ਨੂੰ, ਔਰ ਹਰ ਵੇਲੇ ਧਿਆਨ ਬੰਗਲੇ ਵੱਲ ਵੀ ਰਹਿੰਦਾ ਹੈ ਕਿਉਂਕਿ ਪਾਣੀ 'ਚ ਵੜਿਆ ਰਹਿੰਦਾ। ਹੁਣ ਪਾਣੀ ਥੋੜਾ ਹੈ ਕਿਉਂਕਿ ਬਾਰਿਸ਼ ਪੈ ਨਹੀਂ ਰਹੀ, ਪਾਣੀ ਦਿਨ ਪ੍ਰਤੀ ਦਿਨ ਸੁੱਕਦਾ ਜਾ ਰਿਹਾ, ਸੁੱਕਦਾ ਜਾ ਰਿਹਾ ਹੈ। ਆਖਿਰ ਇਹਨਾਂ ਥੋੜੇ ਜਿਹੇ ਪਾਣੀ ਵਿੱਚ ਹੀ, ਹੁਣ ਜਦੋਂ ਬੁੱਕ ਭਰ ਪਾਣੀ ਰਹਿ ਗਿਆ, ਸ਼ਿਕਾਇਤ ਕੀਤੀ ਰੱਬ ਨੂੰ, ਇਹ ਕੀ, ਜਦ ਨੂੰ ਬੰਗਲਾ ਆਇਆ ਔਰ ਆ ਕੇ ਇਹਨੂੰ ਆਪਣੀ ਚੁੰਝ ਫਸਾਇਆ ਔਰ ਲੈ ਗਿਆ। ਔਰ ਜਾਂਦਾ ਜਾਂਦਾ ਪਤਾ ਕੀ ਕਹਿੰਦਾ, ਰੱਬਾ ਤੂੰ ਮਾੜੀ ਕੀਤੀ, ਬੰਗਲੇ ਤੋਂ ਬਚਾਇਆ ਨਹੀਂ, ਅੱਜ ਬੰਗਲਾ ਮੈਨੂੰ ਖਾ ਗਿਆ। ਕਹਿੰਦੇ ਮੇਂਢਕ ਜਾਂਦਾ ਜਾਂਦਾ ਪੰਜਿਆਂ 'ਚ ਫਸਿਆ ਫਸਿਆ ਸ਼ਿਕਾਇਤ ਕਰਕੇ ਮਰ ਗਿਆ। ਜਰਾ ਸਮਝਣਾ ਸਾਰੇ ਜੀਵ। ਇੰਨੀ ਕਹਾਣੀ ਸੁਣਾ ਕੇ ਸ਼੍ਰੀ ਗੁਰੂ ਰਵਿਦਾਸ ਜੀ ਚੁੱਪ ਹੋ ਗਏ। ਉਹ ਆਦਮੀ ਦੀ ਤਰਫ ਦੇਖ ਰਹੇ ਹੈ ਤਾਂ ਸ਼੍ਰੀ ਗੁਰੂ ਰਵਿਦਾਸ ਜੀ ਨੇ ਪੁੱਛਿਆ ਮੁਸਕਰਾ ਕੇ, ਕੁਝ ਸਮਝਿਆ ਇਸ ਕਹਾਣੀ ਤੋਂ, ਤੁਸੀਂ ਸਮਝੇ ਕੁਝ ਕਿ ਨਹੀਂ ਇਸ ਕਹਾਣੀ ਤੋਂ? ਉਹ ਕਹਿੰਦਾ, ਸਤਿਗੁਰੂ ਮੈਂ ਤਾਂ ਸਮਝਿਆ ਨਹੀਂ, ਤੁਸੀਂ ਸਮਝਾ ਦਿਓ। ਤਾਂ ਸ਼੍ਰੀ ਗੁਰੂ ਰਵਿਦਾਸ ਜੀ ਕਹਿੰਦੇ, ਅੱਜ ਤੂੰ ਕਹਿ ਰਿਹਾ ਕਿ ਦੁਨੀਆ ਤੇ ਬੜੇ ਦੁੱਖ ਹੈ, ਦੁਨੀਆ ਤੇ ਬੜੀਆਂ ਪਰੇਸ਼ਾਨੀਆਂ ਹੈ, ਦੁਨੀਆ ਦੇ ਉੱਤੇ ਚਾਰੋਂ ਪਾਸੇ ਦੁੱਖ ਹੀ ਦੁੱਖ ਹੈ,
ਤਾਂ ਭਾਈ ਇਹ ਦੁੱਖ, ਇਹ ਪਰੇਸ਼ਾਨੀ 'ਚ ਇਨਸਾਨ ਕਿਉਂ ਹੈ? ਕਿਉਂਕਿ ਜਿਹੜਾ ਇਨਸਾਨ ਦੁਖੀ ਹੈ, ਪਰੇਸ਼ਾਨ ਹੈ ਨਾ, ਜਿਹੜਾ ਇਨਸਾਨ ਹਾਏ ਹਾਏ ਕਰ ਰਿਹਾ ਹੈ, ਹਰ ਵੇਲੇ ਸ਼ਿਕਾਇਤ ਕਰ ਰਿਹਾ ਹੈ, ਜਰਾ ਗੌਰ ਕਰਨਾ, ਗੁਰੂ ਕਹਿੰਦੇ ਉਹਦਾ ਹਾਲ ਇਸ ਮੇਂਢਕ ਵਾਲਾ ਹੈ। ਆ ਜਿਹੜਾ ਮੇਂਢਕ ਹਰ ਵੇਲੇ ਸ਼ਿਕਾਇਤ ਕਰ ਰਿਹਾ, ਰੱਬਾ ਨਾ ਪੇਟ ਭਰਦਾ ਹੈ, ਨਾ ਕੀਟ ਪਤੰਗੇ ਹੈ, ਨਾ ਖਾਣ ਨੂੰ ਢਿੱਡ ਭਰ ਕੇ ਕੁਝ ਮਿਲਦਾ ਹੈ, ਔਰ ਹੁਣ ਤਾਂ ਬਗੁਲਾ ਵੀ ਆ ਕੇ ਬਹਿ ਗਿਆ, ਹੁਣ ਮੇਰੀ ਜਾਨ ਨਾ ਲੈ ਜਾਵੇ, ਮੈਨੂੰ ਖਾਈ ਨਾ ਜਾਵੇ। ਉਹ ਸ਼ਿਕਾਇਤ ਕਰ ਰਿਹਾ, ਔਰ ਇੱਕ ਦਿਨ ਉਹ ਮੌਤ ਰੂਪੀ ਬੰਗਲੇ ਨੇ ਉਹਨੂੰ ਚੱਕ ਲਿਆ। ਹੁਣ ਸਾਡੀ ਹਾਲਤ ਵੀ ਉਹ ਮੇਂਢਕ ਵਾਲੀ ਹੋ ਜਾਂਦੀ ਹੈ। ਅਸੀਂ ਵੀ ਸਾਰੀ ਜ਼ਿੰਦਗੀ ਸ਼ਿਕਾਇਤ ਕਰਦੇ ਹਾਂ। ਬਹੁਤ ਜੀਵ ਐਸੇ ਬੈਠੇ ਹੋਣਗੇ ਜਿਹੜੇ ਰੱਬਾ ਕਾਹਦੀ ਜ਼ਿੰਦਗੀ ਦਿੱਤੀ ਹੈ, ਮੇਰਾ ਕੋਈ ਕੰਮ ਤਾਂ ਹੁੰਦਾ ਨਹੀਂ, ਰੱਬਾ ਕਾਹਦਾ ਜੀਵਨ ਦਿੱਤਾ ਹੈ, ਮੇਰੀ ਆਹ ਗੱਲ ਨਹੀਂ ਬਣਦੀ, ਰੱਬਾ ਕਾਹਦਾ ਜੀਵਨ ਹੈ, ਮੈਨੂੰ ਦੁੱਖ ਹੀ ਦੁੱਖ ਮਿਲ ਰਹੇ ਹੈ, ਮੈਨੂੰ ਪਰੇਸ਼ਾਨੀਆਂ ਹੀ ਪਰੇਸ਼ਾਨੀਆਂ ਮਿਲ ਰਹੀਆਂ, ਤੂੰ ਮੈਨੂੰ ਜ਼ਿੰਦਗੀ ਦਿੱਤੀ ਕਿਉਂ? ਇਹਦੇ ਨਾਲੋਂ ਚੰਗਾ ਮੈਨੂੰ ਜ਼ਿੰਦਗੀ ਨਾ ਹੀ ਦਿੰਦਾ। ਇਦਾਂ ਦੀ ਸ਼ਿਕਾਇਤ ਬੰਦਾ ਰੱਬ ਨੂੰ ਕਰ ਸਕਦਾ ਹੈ। ਔਰ ਇਦਾਂ ਦੀਆਂ ਸ਼ਿਕਾਇਤਾਂ ਕਰਦੇ ਕਰਦੇ ਸਮਾਂ ਗੁਜ਼ਰ ਜਾਂਦਾ, ਮੌਤ ਆਂਦੀ ਹੈ, ਔਰ ਜਦੋਂ ਬੰਦੇ ਦੀ ਜਾਨ ਕੱਢਣ ਲੱਗਦੀ ਨਾ, ਜਾਂਦਾ ਜਾਂਦਾ ਬੰਦਾ ਵੀ ਕਹਿੰਦਾ ਕਾਹਦੀ ਜ਼ਿੰਦਗੀ ਸੀ, ਸਾਰੀ ਦੁੱਖਾਂ 'ਚ ਹੀ ਲੰਘ ਗਈ, ਸਾਰੀ ਜ਼ਿੰਦਗੀ ਦੁੱਖਾਂ 'ਚ ਹੀ ਲੰਘ ਗਈ, ਕਾਹਦੀ ਜ਼ਿੰਦਗੀ, ਇਹਦੇ ਨਾਲੋਂ ਚੰਗਾ ਰੱਬ ਜ਼ਿੰਦਗੀ ਨਾ ਦਿੰਦਾ, ਕਹਿ ਕੇ ਮਰ ਜਾਂਦਾ ਹੈ। ਹੁਣ ਕਹਿੰਦੇ ਜਿਹੜੇ ਦੁਖੀ ਇਨਸਾਨ ਹੈ ਨਾ, ਉਹਨਾਂ ਦਾ ਹਾਲ ਇਸ ਮੇਂਢਕ ਦੀ ਤਰ੍ਹਾਂ ਹੈ। ਉਹ ਕਹਿੰਦਾ ਗੁਰੂ ਫਿਰ ਇਹ ਸਤਿਗੁਰੂ ਫਿਰ, ਤੇ ਸ਼੍ਰੀ ਗੁਰੂ ਰਵਿਦਾਸ ਜੀ ਕਹਿੰਦੇ ਕਿ ਉਹਨੂੰ ਵੀ ਸਮਝ ਹੋਣੀ ਚਾਹੀਦੀ ਸੀ ਕਿ ਜੇ ਉਹ ਵੀ ਦੂਜੇ ਮੇਂਢਕਾਂ ਦੀ ਗੱਲ ਮੰਨ ਕੇ ਉਸ ਤਲਾਅ ਨੂੰ ਛੱਡ ਕੇ ਨਦੀ ਕੋਲ ਚਲਾ ਜਾਂਦਾ ਤਾਂ ਉਹਦਾ ਡਰ ਵੀ ਖਤਮ ਹੋ ਜਾਣਾ ਸੀ, ਔਰ ਉਹਦੀ ਜ਼ਿੰਦਗੀ ਵੀ ਆਨੰਦ ਨਾਲ ਭਰਪੂਰ ਹੋ ਜਾਣੀ ਸੀ। ਪਰ ਉਹਨੇ ਕੀ ਗੱਲ ਕਹੀ ਜਦੋਂ ਦੂਜੇ ਮੇਂਢਕਾਂ ਨੇ ਕਿਹਾ ਚੱਲ ਸਾਡੇ ਨਾਲ ਨਦੀ 'ਚ? ਉਹ ਕਹਿੰਦਾ ਨਹੀਂ, ਮੇਰੇ ਤਾਂ ਬਜ਼ੁਰਗ ਇੱਥੇ ਹੀ ਰਹਿੰਦੇ ਸੀ, ਮੇਰੇ ਤਾਂ ਬਜ਼ੁਰਗ ਇੱਥੇ ਹੀ ਜੰਮੇ ਸੀ, ਇੱਥੇ ਹੀ ਮਰੇ, ਜਦ ਮੇਰੇ ਬਜ਼ੁਰਗ ਤਲਾਅ ਛੱਡ ਕੇ ਨਹੀਂ ਗਏ ਤਾਂ ਮੈਂ ਕਿਉਂ ਜਾਵਾਂ? ਗੁਰੂ ਕਹਿੰਦੇ ਅੱਜ ਕਈ ਇਨਸਾਨ ਵੀ ਐਸੇ ਕਿ ਠੀਕ ਹੈ, ਜਦੋਂ ਉਹਦੇ ਬਜ਼ੁਰਗ ਸੀ ਉਦੋਂ ਬਰਸਾਤ ਹੁੰਦੀ ਸੀ ਤਾਂ ਪਾਣੀ ਨਾਲ ਤਲਾਬ ਭਰਿਆ ਰਹਿੰਦਾ ਸੀ, ਉਹਨਾਂ ਨੂੰ ਕਦੀ ਉਹ ਸੰਕਟ ਦਾ ਸਾਹਮਣਾ ਨਹੀਂ ਕਰਨਾ ਪਿਆ ਸੀ ਕਿ ਤਲਾਬ ਸੁੱਕੇ ਔਰ ਉਹ ਛੱਡ ਕੇ ਜਾਣ। ਉਦੋਂ ਤਲਾਬ ਭਰਿਆ ਰਹਿੰਦਾ ਸੀ, ਇਸ ਲਈ ਉਹ ਤਲਾਬ 'ਚ ਰਹੇ। ਪਰ ਹੁਣ ਸਮਾਂ ਆਇਆ, ਬਰਸਾਤ ਨਹੀਂ ਪਈ ਔਰ ਤਲਾਬ ਸੁੱਕ ਗਿਆ, ਤਾਂ ਹੁਣ ਸਮੇਂ ਦੇ ਮੁਤਾਬਿਕ ਉਹਨੂੰ ਉਹ ਤਲਾਬ ਛੱਡ ਕੇ, ਸਮਝਦਾਰੀ ਤਾਂ ਇਹੀ ਸੀ, ਉਹ ਤਲਾਬ ਛੱਡ ਕੇ ਉਸ ਤਲਾਬ 'ਚ ਜਾਣਾ ਚਾਹੀਦਾ ਸੀ ਜਿੱਥੇ ਇਸ ਵੇਲੇ ਜਲ ਹੈ, ਪਾਣੀ ਹੈ। ਇਸ ਲਈ ਸ਼੍ਰੀ ਗੁਰੂ ਰਵਿਦਾਸ ਜੀ ਨੇ ਗੱਲ ਕਹੀ। ਹੁਣ ਜਰਾ ਇਹ ਗੱਲ ਨੂੰ ਥੋੜਾ ਵਿਸਤਾਰ ਨਾਲ ਦੱਸਾਂਗੇ ਅਸੀਂ। ਸ਼੍ਰੀ ਗੁਰੂ ਰਵਿਦਾਸ ਜੀ ਕਹਿੰਦੇ ਜਿਹੜੇ ਜੀਵ ਕਹਿੰਦੇ ਨਾ ਦੁਖੀ ਪਰੇਸ਼ਾਨ, ਉਹਨਾਂ ਨੂੰ ਵੀ ਦੂਜਾ ਕੰਮ ਕਰਨਾ ਚਾਹੀਦਾ ਹੈ ਕਿ ਦੂਜੇ ਮੇਂਢਕਾਂ ਨੇ ਕਿਹਾ ਹੁਣ ਤਲਾਬ 'ਚ ਪਾਣੀ ਨਹੀਂ ਹੈ, ਇੱਥੇ ਬਗਲੇ ਦਾ ਵੀ ਡਰ ਹੈ, ਅਸੀਂ ਨਦੀ 'ਚ ਜਾਈਏ। ਸ਼੍ਰੀ ਗੁਰੂ ਰਵਿਦਾਸ ਜੀ ਕਹਿੰਦੇ ਇਸੇ ਤਰ੍ਹਾਂ ਇਨਸਾਨ ਦੁਖੀ ਉਹ ਹੁੰਦਾ ਹੈ ਜਿਹੜਾ ਆਪਣੇ ਤਲਾਬ ਨੂੰ ਨਹੀਂ ਛੱਡਦਾ, ਕਿਉਂਕਿ ਇਨਸਾਨ ਨੇ ਵੀ ਆਪਣੇ ਜੀਵਨ 'ਚ ਕੁਝ ਦਾਇਰੇ ਬਣਾਏ ਹੁੰਦੇ ਹੈ। ਜਿਸ ਵੇਲੇ ਸ਼੍ਰੀ ਗੁਰੂ ਰਵਿਦਾਸ ਜੀ ਇਹ ਗੱਲ ਕਰ ਰਹੇ ਸੀ, ਉਸ ਵੇਲੇ ਊਚ ਨੀਚ ਜਾਤ ਪਾਤ ਨੂੰ ਲੈ ਕੇ ਬੜੇ ਦਾਇਰੇ ਬਣੇ ਹੋਏ ਸੀ। ਕਈ ਉਸ ਦਾਇਰੇ ਅੰਦਰ ਹੀ ਵੱਜ ਕੇ ਬੈਠ ਜਾਂਦੇ ਸੀ ਕਿ ਲੈ ਸਾਡੇ ਬਾਪ ਦਾਦਾ ਇਹ ਕਰਦੇ ਆ ਗਏ ਤੇ ਅਸੀਂ ਵੀ ਇਹੀ ਕਰਨਾ। ਉਹਨਾਂ ਨੇ ਇਹ ਨਹੀਂ ਦੇਖਣਾ ਕਿ ਸਤਸੰਗ ਦੀ ਗੰਗਾ ਬਹਿ ਰਹੀ ਹੈ, ਸੰਤਾਂ ਦੇ ਗਿਆਨ ਦੀ ਗੰਗਾ ਨਜ਼ਦੀਕ ਬਹਿ ਰਹੀ ਹੈ, ਤੇ ਅਸੀਂ ਚੱਲ ਕੇ ਉਹ ਸਤਸੰਗ ਦੀ ਗੰਗਾ 'ਚ, ਉਹ ਸਤਸੰਗ ਦੀ ਨਦੀ 'ਚ ਚੁੱਭੀ ਮਾਰੀਏ ਜਿੱਥੋਂ ਸਾਨੂੰ ਸਾਰੇ ਪਦਾਰਥ ਮਿਲ ਸਕਦੇ ਹੈ। ਉਹਨਾਂ ਨੇ ਸਤਸੰਗ ਤੱਕ ਨਹੀਂ ਜਾਣਾ, ਉਹਨਾਂ ਨੇ ਕਹਿਣਾ ਲੈ ਸਾਡੇ ਬਾਪ ਦਾਦਾ ਇਹਨੂੰ ਮੰਨਦੇ ਸੀ, ਅਸੀਂ ਇਹ ਨਹੀਂ ਮੰਨਣਾ। ਉਹ ਇੱਕ ਦਾਇਰੇ ਅੰਦਰ ਫਸੇ ਰਹਿ ਜਾਂਦੇ ਐ। ਔਰ ਸ਼੍ਰੀ ਗੁਰੂ ਰਵਿਦਾਸ ਜੀ ਕਹਿੰਦੇ ਜਿੱਥੇ ਉਹ ਗਿਆਨ ਦਾ ਭੰਡਾਰ ਹੈ ਉੱਥੇ ਤੱਕ ਪਹੁੰਚ ਹੀ ਨਹੀਂ ਪਾਉਂਦੇ। ਇਸ ਲਈ ਸਮਝਦਾਰੀ ਕੀ ਹੁੰਦੀ ਹੈ? ਉਹ ਕਹਿੰਦੇ ਸਮਝਦਾਰੀ ਇਹੀ ਹੁੰਦੀ ਹੈ ਕਿ ਜੇ ਇਨਸਾਨ ਦੇ ਜੀਵਨ 'ਚ ਦੁੱਖ ਤਕਲੀਫਾਂ ਪਰੇਸ਼ਾਨੀਆਂ ਹੈ ਨਾ, ਤਾਂ ਉਹਨੂੰ ਹੁਣ ਜ਼ਰੂਰਤ ਹੈ, ਉਹਨੂੰ ਸਮਝ ਲੈਣੀ ਚਾਹੀਦੀ ਹੈ ਕਿ ਮੇਰੇ ਜੀਵਨ 'ਚ ਦੁੱਖ ਪਰੇਸ਼ਾਨੀ ਚਿੰਤਾ ਇਸ ਲਈ ਆ ਗਈ ਹੈ ਕਿਉਂਕਿ ਕਿਤੇ ਨਾ ਕਿਤੇ ਮੈਂ ਪ੍ਰਭੂ ਦੇ ਗਿਆਨ ਦੇ ਸਾਗਰ ਤੋਂ ਦੂਰ ਹੋ ਗਿਆ, ਉਹਦੀ ਬੰਦਗੀ ਦੇ ਸਾਗਰ ਤੋਂ ਦੂਰ ਹੋ ਗਿਆ, ਉਹਦੇ ਨਾਮ ਦੇ ਸਾਗਰ ਤੋਂ ਦੂਰ ਹੋ ਗਿਆ। ਜਿਸ ਤਰ੍ਹਾਂ ਦੂਜੇ ਮੇਂਢਕ ਨਦੀ ਤੱਕ ਪਹੁੰਚੇ, ਨਦੀ ਜਾ ਕੇ ਚੁੱਭੀਆਂ ਮਾਰੀਆਂ ਤਾਂ ਉਹਨਾਂ ਨੇ ਜੀਵਨ 'ਚ ਸ਼ੁਕਰ ਕੀਤਾ, ਉਹਨਾਂ ਨੂੰ ਜੀਵਨ 'ਚ ਕੋਈ ਕਮੀ ਨਹੀਂ ਰਹਿ ਗਈ। ਇਸੇ ਤਰ੍ਹਾਂ ਦੁਖੀ ਉਹੀ ਇਨਸਾਨ ਰਹਿੰਦਾ ਜਿਹੜਾ ਘਰੇ ਹੀ ਬੈਠਾ ਰਹਿੰਦਾ ਔਰ ਚੱਲ ਕੇ ਸੰਤਾਂ ਰੂਪੀ ਗਿਆਨ ਦੀ ਗੰਗਾ ਤੱਕ ਨਹੀਂ ਜਾਂਦਾ। ਜ਼ਰਾ ਸਮਝਣਾ, ਇਹ ਗੱਲ ਨੂੰ ਥੋੜਾ ਜਿਹਾ ਗਹਿਰਾਈ ਨਾਲ ਸਮਝਾਂਗੇ ਤਾਂ ਗੱਲ ਕਲੀਅਰ ਹੋ ਜਾਏਗੀ। ਇੱਕ ਬੰਦਾ ਘਰ ਬੈਠਾ ਹੀ ਰੱਬ ਨੂੰ ਸ਼ਿਕਾਇਤਾਂ ਕਰੀ ਜਾਂਦਾ ਹੈ, ਰੱਬਾ ਮੇਰੇ ਜੀਵਨ 'ਚ ਬੜੇ ਦੁੱਖ ਹੈ, ਮੇਰੇ ਜੀਵਨ 'ਚ ਬੜੀਆਂ ਪਰੇਸ਼ਾਨੀਆਂ ਹੈ, ਮੇਰੇ ਜੀਵਨ 'ਚ ਬੜੀਆਂ ਚਿੰਤਾਵਾਂ ਹੈ, ਤਾਂ ਰੱਬ ਵੀ ਕਹਿੰਦਾ ਹੋਏਗਾ ਭਾਈ ਉੱਠ ਸੰਤਾਂ ਦੇ ਕੋਲ ਜਾ, ਸਤਸੰਗ ਦੇ ਵਿੱਚ ਜਾ, ਜਿੱਥੇ ਪ੍ਰਮਾਤਮਾ ਦੀ ਬੰਦਗੀ ਹੁੰਦੀ ਉਹ ਗੁਰੂ ਘਰ 'ਚ ਜਾ, ਉੱਥੇ ਮੇਰੀਆਂ ਰਹਿਮਤਾਂ ਦਾ ਦਰਿਆ ਵਗ ਰਿਹਾ ਹੈ, ਉੱਥੇ ਪਹੁੰਚ ਤਾਂ ਤੇਰੀਆਂ ਝੋਲੀਆਂ ਵੀ ਭਰ ਸਕਦੀਆਂ ਹੈ। ਜਿੱਦਾਂ ਸੰਤ ਦਾਦੂ ਦਿਆਲ ਨੇ ਆਪਣੀ ਬਾਣੀ 'ਚ ਬੜਾ ਖੁੱਲ੍ਹ ਕੇ ਦੱਸਿਆ ਹੈ। ਇੱਕ ਜਗ੍ਹਾ ਸੰਤ ਦਾਦੂ ਕਹਿੰਦੇ ਹੈ ਕਿ ਦਾਦੂ ਦਾਤ ਦਰਬਾਰ ਕੀ
दादू दात दरबार की कोई साधु बांटे आए, तहां राम धन पाइए जहां साधु बैठा जाए। इसलिए संत दादू ने बड़ी खोल के गल कह दी, बहुत स्पष्ट साफ साफ लफ्जां दे विच संत दादू ने गल सानू समझाई। वो कहंदे परमात्मा दे घर दियां दातां, ਉਹ परमात्मा दे घर दियां दातां कोई साधु बांटे आए कि जे प्रभु दे घर दियां दातां चाहिदियां है, प्रभु दे घर दी दात चाहिदी है, ਉਹਦੇ घर दी रहमत बख्शिश किरपा चाहिदी है, तो फिर प्यारिया उत्थे चला जा जिथे संत बैठे। क्योंकि दादू दात दरबार की कोई साधु बांटे आए, कि साधु ही वो दातां वंडदे है, संत ही प्रभु दे घर दियां दातां साडे तक पहुंचाते हैं। बोलो समझदे हो कि नहीं? जिद्दां असीं कई बार दसिया है कि जरिया संत बनते हैं, जिद्दां असीं दसीदा ना कि बिजली तारां च हुंदी है, पर वो लाइट प्रकाश के रूप में साडे तक पहुंचे जरिया बल्ब बनता है। हुण बल्ब अंदर अपना प्रकाश नहीं है, वो पिछों करंट आंदा है, जरिया बल्ब बनता है, प्रकाश साडे तक पहुंचता है। जे हुण बल्ब नूं उतार दईए तो करंट तो है पर प्रकाश साडे तक नहीं पहुंचेगा, तो जे पिछों करंट ही खत्म कर दईए, कल्ला बल्ब ला दईए तां भी प्रकाश साडे तक नहीं पहुंचेगा। ਇਹਦਾ मतलब की है? इसी तरह संतां दी और परमात्मा दी जोड़ी है, जोड़ है उन्हां दा कि पिछे वो करंट देने वाला प्रभु है, तो वो करंट नूं प्रकाश के रूप में, यानी वो रहमत देने वाला बख्शिश देने वाला परमात्मा है, पर वो रहमत नूं प्रकाश के रूप में, खुशियां के रूप में साडे तक पहुंचाने वाले वो संत जरिया बनते हैं, गुरु रहबर जरिया बनते हैं। अगर वो जरिया विचों हटा दिता जाए तो परमात्मा तो हर जगह ही है, पर ओदा प्रकाश, ओदी रहमत, ओदी किरपा साडे तक किद्दां पहुंचेगी? हुण जरा सोचो, जे अज इंसान कहता है, जिद्दां फर्ज करो असी गुरुआं दी बाणी नूं कह दिंदे तुरकी बाणी, यानी ये परमात्मा दी बाणी है, तो जे हुण गुरुआं दा मुख ना हुंदा तो परमात्मा दी आवाज़ साडे तक किद्दां पहुंचनी सी? अज कुरान नूं कहा जाता कि कुरान खुदा दी आवाज़, तो जे मुहम्मद साहब ना हुंदे तो खुदा दी आवाज़ साडे तक किद्दां पहुंचनी सी? अज गीता नूं कहा जाता है कि भगवान दी आवाज़, भगवान दी बाणी, तो जे कृष्ण ना हुंदे तो वो जरिया ना बनता तो रब दे घर दा ज्ञान साडे तक किस तरह पहुंचना सी? जरा सोच के देखो, जरिया बनता है। अज असीं श्री गुरु रविदास जी की गल कर रहे हैं, या कबीर साहब की गल कर रहे हैं, दादू दयाल की गल कर रहे हैं, क्यों कर रहे हैं? क्योंकि रब दे घर दा ज्ञान उन्हां दी वाणी दे जरिए, उन्हां दे वचनां दे जरिए साडे तक पहुंचिया, तां असीं गल कर रहे हैं। जे ओही ना विच हुंदे तां सानूं की पता लगना सी परमात्मा दी सिफत दा? बोलो समझदे हो कि नहीं? जिस तरह कहंदे ना कि डॉक्टर या साइंटिस्ट वो हर चीज़ दे विच दसदे है कि आ चीज़ च किन्ने विटामिन है, आ चीज़ विच किन्नी एनर्जी है, आ चीज़ विच किन्नी शक्ति है, ताकत है। हुण खांदे पींदे सारे ही है, पर जो साइंस खोज ना करदी, सानू ना दसदी, तो सानू ये जानकारी किद्दां मिलनी सी? अज सारे कहंदे है, एक छोटे बच्चे नूं पुछ लो तो छोटा बच्चा भी कहता है कि धरती सूरज दा चक्कर लगा रही है, तो कोई पुछे बच्चा तू कित्थे जाके खोज कीती, तैनू किद्दां पता लगा? तो फिर बच्चा दस दिंदा कि ये चीज़ तां साइंटिस्टां ने खोजी है, विज्ञान ने खोजी है। वो विज्ञानिक का नाम भी दस देगा कि इस विज्ञानिक ने खोज की है। बोलो समझदे हो कि नहीं? हुण कहण दा मतलब की है कि कई बार जिद्दां विज्ञान दियां कुछ चीज़ां हुंदियां है, अगर उन्होंने खोज की तां सानू पता लगा। इसी तरह परमात्मा दे घर दियां और रूहानियत दियां कुछ खोजां हुंदियां है, और रूहानियत दियां कुछ रहमतां बख्शिशां हुंदियां है, जिहड़ियां संत खोजदे है, गुरु रहबर खोजदे है, तां सानू पता लगदा है। इसलिए इत्थे संत दादू भी यही गल साफ करके दस रहे हैं कि जे परमात्मा दे घर दी किरपा चाहिदी है, परमात्मा दे घर दी बख्शिश चाहिदी है, तो ऐ प्यारिया उत्थे चला जा जिथे संत बैठे हैं। इसलिए उन्होंने कहा दादू दात दरबार की कोई साधु बांटे आए, कि जे वाकई तेनू प्रभु दे घर दियां ओ दाते दे घर दियां दातां चाहिदियां, तो फिर उत्थे चला जा जिथे सतसंग है, जिथे संत बैठे नाम दे रंग च रंगदे है। और असीं कई बार दसिया है, इत्थे गल थोड़ी जी दसना चाहांगे कि संत वो जो सानू नाम दे रंग च रंगण, जो सानू प्रेम दे रंग च रंगण, जो साडे दिलां चों नफरत बैर विरोधता नू खत्म कर देण, जो सानू प्रभु दे नाल जोड़न, वो हुंदे सही मायने च संत। वो संत नहीं हुंदे जो सानू भरमां भुलेखिਆਂ च पा देण, जो साडे दिलां च नफरत पैदा करी जाण एक दूजे नूं लैके, जातां दे नां ते, धर्मां दे नां ते, या सानू भरमां च पाई रखण तागे तवीजां दे नां ते। बोलो समझदे हो कि नहीं? सच्चे संत सानू इन्हां भरमां चों कढदे है, वो सानू इन्हां भरमां च फसांदे नहीं है। इसे लिए तो एक गल ऐसी कही दी है
कि तवीज कभी हमने पहना नहीं और पंडित को हाथ कभी हमने दिखाया नहीं। जरा ध्यान देना सारे जी, तवीज कभी हमने पहना नहीं और पंडित को जाके हाथ कभी दिखाया नहीं। भरोसा है हमें अपने मालिक की रहमत पर, भरोसा है हमें अपने मालिक पर, बेशक वो नजर हमें आया नहीं। जरा ध्यान देना, बेशक को परमात्मा ਨੂੰ ਅਸੀਂ देख नहीं सकते, बेशक को परमात्मा नजर नहीं आता, पर फिर भी भरोसा है कि वो मेरे नाल है। और जे मेरा मालिक मेरे नाल है तो फिर सानू तवीज पाने की लोड़ है, सानू हथ किसी ਨੂੰ दिखाने की लोड़ है। ਇਹਦਾ ਬੰਦਾ ਕਹਿੰਦਾ ਹੱਥ ਦੇਖਿਓ ਜ਼ਰਾ ਮੇਰੀ ਕਿਸਮਤ ਚ ਕੀ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਜਿੱਦਾਂ ਅਸੀਂ ਕਈ ਵਾਰ ਮਿਸਾਲ ਦੇਈਏ, ਬੱਚਾ ਹੱਥ ਦਿਖਾ ਦੇਵੇ ਪੰਡਿਤ ਨੂੰ, ਹਾਂ ਬਈ ਤੇਰੀ ਕਿਸਮਤ ਚ ਪਾਸ ਹੋਣਾ ਹੈ। ਅੱਛਾ ਪੰਡਿਤ ਜੀ ਪਾਸ ਹੋਣਾ ਹੈ, ਫਿਰ ਤਾਂ ਠੀਕ ਹੈ, ਮੌਜਾਂ ਕਰੋ, ਖੇਲੋ ਮੱਲੋ, ਹੁਣ ਤਾਂ ਕਿਸਮਤ ਚ ਲਿਖਿਆ ਪਾਸ ਹੋਣਾ, ਪੜਨ ਦੀ ਲੋੜ ਕੀ ਹੈ, ਕਿਸਮਤ ਆਪੇ ਹੀ ਪਾਸ ਕਰ ਦੇਗੀ। ਤਾਂ ਜ਼ਰਾ ਸੋਚੋ ਫਿਰ ਬੱਚਾ ਪਾਸ ਹੋ ਜਾਏਗਾ? ਨਹੀਂ, ਕਿਉਂਕਿ ਪਾਸ ਹੋਣ ਵਾਸਤੇ ਕਿਸਮਤ ਨਹੀਂ, ਪਾਸ ਹੋਣ ਵਾਸਤੇ ਮਿਹਨਤ ਦੀ ਜ਼ਰੂਰਤ ਹੈ। ਕਿਸਮਤ ਦੀ ਗੱਲ ਉਹੀ ਕਰਦਾ ਹੈ ਜਿਹੜਾ ਮਿਹਨਤ ਕਰਨ ਨੂੰ ਤਿਆਰ ਨਾ ਹੋਵੇ, ਔਰ ਜਿਹੜਾ ਮਿਹਨਤ ਕਰਨ ਵਾਲਾ ਹੋਵੇ ਉਹ ਕਿਸਮਤ ਦੀ ਚਿੰਤਾ ਨਹੀਂ ਕਰਦਾ। ਇਹ ਗੱਲ ਯਾਦ ਰੱਖਣਾ ਹਮੇਸ਼ਾ ਸਾਰੇ ਜੀ, ਉਹ ਕਦੀ ਕਿਸਮਤ ਦੀ ਚਿੰਤਾ ਨਹੀਂ ਕਰਦਾ। ਜਿੱਦਾਂ ਇੱਕ ਸੱਚੀ ਘਟਨਾ ਦੱਸਣਾ ਚਾਹਾਂਗੇ, ਇਸ ਵੇਲੇ ਨਾਮ ਨਹੀਂ ਸਾਨੂੰ ਆਦਮੀ ਦਾ ਯਾਦ ਆ ਰਿਹਾ, ਜਿਹਨਾਂ 1950 ਦਾ, ਸਨ 1950 ਦਾ ਗੋਲਡ ਮੈਡਲ ਜਿੱਤਿਆ ਸੀ ਬੰਦੂਕ ਦੇ ਨਿਸ਼ਾਨੇ ਤੇ, ਯਾਨੀ ਪਿਸਤਲ ਦਾ, ਰਿਵਾਲਵਰ ਦਾ ਨਿਸ਼ਾਨਾ ਲਾਣਾ ਸੀ, ਔਰ ਨਿਸ਼ਾਨੇ ਵਿੱਚ ਉਹਨਾਂ ਗੋਲਡ ਮੈਡਲ ਜਿੱਤਿਆ ਸੀ 1950 ਦੇ ਵਿੱਚ। ਕਹਿੰਦੇ ਹੈ ਕਿ ਉਹਨਾਂ ਬੜੀ ਪ੍ਰੈਕਟਿਸ ਕੀਤੀ ਉਸ ਆਦਮੀ ਨੇ, ਸੱਜੇ ਹੱਥ ਨਾਲ ਉਹ ਹੱਥ 'ਚ ਰਿਵਾਲਵਰ ਫੜਦਾ ਸੀ ਔਰ ਨਿਸ਼ਾਨਾ ਲਾਂਦਾ ਹੁੰਦਾ ਸੀ, ਔਰ ਇੰਨਾ ਵਧੀਆ ਉਹਦਾ ਨਿਸ਼ਾਨਾ ਸੀ ਕਿ ਸਾਰੇ ਕਹਿੰਦੇ ਸੀ ਬਈ ਇਹ ਗੋਲਡ ਮੈਡਲ ਜ਼ਰੂਰ ਜਿੱਤੇਗਾ। ਪਰ ਕਹਿੰਦੇ ਆਖਰ ਉਹ ਆਰਮੀ 'ਚ ਸੀ, ਇੱਕ ਹਾਦਸਾ ਹੋ ਗਿਆ ਕਿ ਸੱਜੇ ਹੱਥ ਵਿੱਚ ਉਹਦੇ ਗ੍ਰਨੇਡ ਫਟ ਗਿਆ ਔਰ ਉਹਦੇ ਬਾਂਹ ਹੀ ਵੱਢਣੀ ਪੈ ਗਈ। ਤਾਂ ਸਾਰਿਆਂ ਨੇ ਕਿਹਾ ਕਿ ਇਹਦਾ ਤਾਂ 올림픽 ਜਿੱਤਣ ਦਾ ਸੁਪਨਾ ਸੀ, ਪਰ ਹੁਣ ਕਿੱਥੋਂ, ਕਿਉਂਕਿ ਜਿਹੜੇ ਹੱਥ ਨਾਲ ਨਿਸ਼ਾਨਾ ਲਾਂਦਾ ਸੀ ਉਹ ਹੱਥ ਹੀ ਇਹਦਾ ਖਤਮ ਹੋ ਗਿਆ। ਡਾਕਟਰਾਂ ਨੇ ਕੱਢ ਦਿੱਤਾ, ਤਾਂ ਖੱਬੇ ਹੱਥ ਨੇ ਨਾ ਕੀ ਕਰਨਾ ਹੈ। ਹੁਣ ਖੱਬੇ ਹੱਥ ਨਾਲ ਤਾਂ ਬੰਦਾ ਲਿਖ ਨਾ ਸਕੇ, ਜਿਹੜਾ ਦਾएं ਹੱਥ ਦਾ ਹੋਵੇ, ਸੱਜੇ ਹੱਥ ਨਾਲ ਲਿਖਣ ਵਾਲਾ ਖੱਬੇ ਹੱਥ ਨਾਲ ਪੈਨ ਫੜਾ ਦੋ ਲਿਖ, ਉਹ ਲਿਖ ਹੀ ਨਹੀਂ ਸਕਦਾ। ਹੁਣ ਕਈਆਂ ਨੇ ਉਹਨੂੰ ਕਿਹਾ, ਡਾਕਟਰਾਂ ਨੇ ਕਿਹਾ ਬਈ ਹੁਣ ਤੂੰ ਕਦੀ ਦੁਬਾਰਾ ਸ਼ੂਟਿੰਗ ਨਹੀਂ ਕਰ ਸਕਦਾ। ਸ਼ੂਟਿੰਗ ਦਾ ਮਤਲਬ ਗੋਲੀ ਨਹੀਂ ਚਲਾ ਸਕਦਾ ਤੂੰ, ਕਿਉਂਕਿ ਖੱਬਾ ਹੱਥ ਤੇਰਾ ਕਮਜ਼ੋਰ ਹੈ, ਸੱਜਾ ਹੱਥ ਹੁਣ ਤੇਰਾ ਖਤਮ ਹੈ। ਪਰ ਉਹਦੇ ਮਨ 'ਚ ਇੱਕ ਸੀ ਕਿ ਡਾਕਟਰ ਜੋ ਮਰਜ਼ੀ ਕਹਿ ਲੈਣ, ਦੁਨੀਆ ਜੋ ਮਰਜ਼ੀ ਕਵੇ, ਪਰ ਮੇਰਾ ਸੁਪਨਾ ਸੀ ਗੋਲਡ ਮੈਡਲ ਜਿੱਤਣਾ ਹੈ ਤਾਂ ਮੈਂ ਜਿੱਤਣਾ ਹੈ। ਫਿਰ ਕਹਿੰਦੇ ਲੰਡਨ ਦੇ ਵਿੱਚ 1950 ਵਿੱਚ ਜਿਹੜਾ 올림픽 ਹੋਇਆ ਸੀ, ਉਹਨੇ ਇੰਨੀ ਪ੍ਰੈਕਟਿਸ ਕੀਤੀ, ਇੰਨੀ ਮਿਹਨਤ ਕੀਤੀ ਕਿ ਉਹਨਾਂ ਇਹ ਨਹੀਂ ਆਪਣੇ ਆਪ ਨੂੰ ਫੀਲ ਹੋਣ ਦਿੱਤਾ ਕਿ ਮੇਰਾ ਸੱਜਾ ਹੱਥ ਖਤਮ ਹੋ ਗਿਆ ਤਾਂ ਮੈਂ ਨਿਰਾਸ਼ ਹੋ ਕੇ ਬਹਿ ਜਾਵਾਂ, ਮੈਂ ਹਿੰਮਤ ਹਾਰ ਕੇ ਬਹਿ ਜਾਵਾਂ। ਉਹਨੇ ਕਿਹਾ ਕੋਈ ਨਹੀਂ, ਜੇ ਇੱਕ ਹੱਥ ਚਲਾ ਗਿਆ ਦੂਜਾ ਤਾਂ ਹੈ ਨਾ, ਔਰ ਮੇਰੇ ਕੋਲ ਸਮਾਂ ਹੈ। ਔਰ ਕਹਿੰਦੇ 2 ਵਾਰ 올림픽 ਕੈਂਸਲ ਵੀ ਹੋਏ, ਕਿਉਂਕਿ ਉਸ ਵੇਲੇ ਪੂਰਾ ਵਰਲਡ ਵਿੱਚ ਯੁੱਧ ਚੱਲ ਰਿਹਾ ਸੀ, ਵਰਲਡ ਵਾਰ ਚੱਲ ਰਹੀ ਸੀ, ਸੈਕੰਡ ਵਰਲਡ ਵਾਰ ਚੱਲ ਰਹੀ ਸੀ ਉਸ ਵੇਲੇ। ਇਸ ਕਰਕੇ 2 ਵਾਰ 올림픽 ਕੈਂਸਲ ਹੋਏ, 올림픽। ਔਰ ਜਿਹੜਾ 1950 ਵਿੱਚ 올림픽 ਹੋਇਆ, ਕਹਿੰਦੇ ਉਹਨਾਂ ਖੱਬੇ ਹੱਥ ਨੇ ਇਦਾਂ ਦੀ ਪ੍ਰੈਕਟਿਸ ਕੀਤੀ ਕਿ ਕਈਆਂ ਨੇ ਉਹਨੂੰ ਕਿਹਾ ਕਿ ਤੇਰੀ ਕਿਸਮਤ 'ਚ ਹੈ ਨਹੀਂ, ਤੂੰ ਮੈਡਲ ਨਹੀਂ ਜਿੱਤ ਸਕਦਾ, ਉਹ ਤੇਰੀ ਕਿਸਮਤ 'ਚ ਹੈ ਨਹੀਂ, ਤੂੰ ਕਾਮਯਾਬ ਨਹੀਂ ਹੋ ਸਕਦਾ, ਕਿਉਂਕਿ ਜਿਸ ਨਾਲ ਤੂੰ ਨਿਸ਼ਾਨਾ ਲਾਂਦਾ ਸੀ ਉਹ ਤੇਰਾ ਹੱਥ ਹੀ ਖਤਮ ਹੋ ਗਿਆ, ਤੂੰ ਨਹੀਂ ਕਰ ਸਕਦਾ। ਉਹਨੇ ਇੱਕੋ ਹੀ ਗੱਲ ਕਹੀ ਕਿ ਮੈਨੂੰ ਆਪਣੇ ਤੇ ਤਾਂ ਆਪਣੇ ਗੋਡ ਤੇ ਪੂਰਾ ਯਕੀਨ ਹੈ, ਮੈਂ ਕਿਸਮਤ ਨੂੰ ਨਹੀਂ ਮੰਨਦਾ। ਜੇ ਮੈਂ ਸੋਚ ਲਿਆ ਹੈ ਉਹਦੀ ਕਿਰਪਾ, ਉਹਦਾ ਆਸ਼ੀਰਵਾਦ ਮੇਰੇ ਨਾਲ ਹੈ ਔਰ ਮੈਂ ਮਿਹਨਤ ਕਰੂੰਗਾ ਤਾਂ ਮੈਂ ਇਸ ਹੱਥ ਨਾਲ ਹੀ ਗੋਲਡ ਮੈਡਲ ਜਿੱਤ ਕੇ ਦੱਸੂ। ਕਹਿੰਦੇ 1950 ਦੇ 올림픽 ਵਿੱਚ ਫਿਰ ਉਸਨੇ ਹਿੱਸਾ ਵੀ ਲਿਆ ਔਰ ਗੋਲਡ ਮੈਡਲ ਜਿੱਤ ਕੇ ਵੀ ਦਿਖਾ ਦਿੱਤਾ। ਔਰ ਇਹ ਵੀ ਗੱਲ ਕਹਿਤੀ ਕਿ ਜਿਹੜਾ ਕਿਸਮਤ ਤੇ ਜੇ ਮੈਂ ਯਕੀਨ ਕਰ ਲੈਂਦਾ, ਲੋਕਾਂ ਦੀ ਗੱਲ ਜੇ ਮੈਂ ਮੰਨ ਲੈਂਦਾ ਤਾਂ ਸ਼ਾਇਦ ਅੱਜ ਮੈਂ ਕਾਮਯਾਬ ਨਾ ਹੁੰਦਾ। ਮੈਂ ਕਿਸਮਤ ਤੇ ਯਕੀਨ ਨਹੀਂ ਕੀਤਾ, ਮੈਂ ਲੋਕਾਂ ਦੀ ਗੱਲ ਨਹੀਂ ਸੁਣੀ, ਮੈਂ ਯਕੀਨ ਕੀਤਾ ਆਪਣੇ ਪ੍ਰਮਾਤਮਾ ਤੇ, ਆਪਣੇ ਗੋਡ ਤੇ ਭਰੋਸਾ ਰੱਖਿਆ, ਆਪਣੀ ਮਿਹਨਤ ਤੇ, ਤਾਂ ਅੱਜ ਮੈਨੂੰ ਇਹ ਕਾਮਯਾਬੀ ਮਿਲੀ। ਇਹ ਗੱਲ ਤੁਹਾਨੂੰ ਕਿਉਂ ਦੱਸ ਰਹੇ ਹਾਂ? ਜੇ ਤੁਸੀਂ ਸਰਚ ਕਰੋਗੇ ਨੈਟ ਤੇ ਤਾਂ ਤੁਹਾਡੇ ਮੂਹਰੇ ਆ ਜਾਏਗਾ ਕਿ ਉਹ ਕਿਹੜਾ ਸੀ, ਉਹ ਕਿਹੜਾ ਵਿਜੇਤਾ ਸੀ ਜਿਹਦਾ ਇੱਕ ਹੱਥ ਨਹੀਂ ਸੀ, ਫਿਰ ਵੀ ਉਹਨਾਂ ਰਿਵਾਲਵਰ ਦੀ ਸ਼ੂਟਿੰਗ ਚੋਂ ਉਹਨੂੰ ਜਿੱਤਿਆ। ਸ਼ਾਇਦ ਨਾ ਸਰਚ ਕਰ ਵੀ ਲਿਆ ਲੜਕੇ ਨੇ, ਕਿਉਂਕਿ ਪਲਾਂ ਜਿਵੇਂ ਅੱਜ ਕੱਲ ਤਾਂ ਗੂਗਲ ਤੇ ਜੋ ਮਰਜ਼ੀ ਸਰਚ ਕਰ ਲਓ ਕਿ ਇਹ ਕੋਈ ਕਹਾਣੀ ਨਹੀਂ ਹੈ, ਇਹ ਸੱਚੀ ਘਟਨਾ ਹੈ। ਇਹ ਤੁਹਾਨੂੰ ਕਿਉਂ ਦੱਸ ਰਹੇ ਹਾਂ ਕਿ ਜਿਹੜੇ ਇਨਸਾਨ ਆਪਣੇ ਰੱਬ ਤੇ ਯਕੀਨ ਕਰਦੇ ਐ ਔਰ ਉਹਨਾਂ ਨੂੰ ਮਿਹਨਤ ਕਰਨ ਦੀ ਆਦਤ ਹੁੰਦੀ ਕਿ ਮੈਂ ਕਰ ਸਕਦਾ ਹਾਂ, ਮੇਰਾ ਰੱਬ ਮੇਰੇ
ਨਾਲ ਉਹ ਕਿਸਮਤ ਦੀਆਂ ਲਕੀਰਾਂ ਤੇ ਵਿਸ਼ਵਾਸ ਨਹੀਂ ਕਰਦੇ ਕਿ ਕਿਸਮਤ 'ਚ ਕੀ ਹੈ ਕੀ ਨਹੀਂ। ਨਹੀਂ ਤਾਂ ਬੰਦੇ ਦੀ ਇੱਕ ਉਂਗਲ ਕੱਟ ਜਾਵੇ, ਬੰਦੇ ਦੇ ਸੱਟ ਲੱਗ ਜਾਵੇ, ਬੰਦਾ ਕਹਿੰਦਾ ਨਹੀਂ ਹੁਣ ਨਹੀਂ ਮੇਰੇ ਤੋਂ ਹੋਣਾ, ਹੁਣ ਤਾਂ ਮੇਰੇ ਸੱਟ ਲੱਗ ਗਈ, ਮੇਰੀ ਹੱਡੀ ਟੁੱਟ ਗਈ, ਆਹ ਮੇਰੇ ਤੋਂ ਕੰਮ ਕਿੱਥੋਂ ਹੋਣਾ, ਇਹ ਮੈਂ ਕਰ ਹੀ ਨਹੀਂ ਸਕਦਾ। ਪਰ ਦੇਖੋ ਉਹਦੀ ਤਾਂ ਪੂਰੀ ਬਾਂਹ ਹੀ ਨਾਲੋਂ ਵੱਢ ਦਿੱਤੀ ਗਈ ਸੀ, ਯਾਨੀ ਪੂਰੀ ਬਾਂਹ ਹੀ ਕੱਟ ਦਿੱਤੀ ਗਈ ਸੀ, ਕਿਉਂਕਿ ਬੰਬ ਫਟ ਗਿਆ ਸੀ ਉਹਦੇ ਹੱਥ 'ਚ। ਪਰ ਫਿਰ ਵੀ ਉਹਨਾਂ ਯਕੀਨ ਰੱਖਿਆ ਕਿ ਮੈਂ ਕਰਕੇ ਦਿਖਾਊਂਗਾ, ਕਿਉਂਕਿ ਮੇਰਾ ਮਾਲਿਕ ਮੇਰੇ ਨਾਲ ਹੈ। ਇਹ ਕਿਉਂ? ਹੁਣ ਬੰਦਾ ਕਹਿੰਦਾ ਮੈਂ ਤਾਂ ਸੱਜੇ ਹੱਥ ਨਾਲ ਕਰਦਾ, ਖੱਬੇ ਨਾਲ ਕਰ ਹੀ ਨਹੀਂ ਪਾਉਂਦਾ, ਤੇ ਅਸੀਂ ਕਵਾਂਗੇ ਠੀਕ ਹੈ ਅੱਜ ਤੱਕ ਤੁਸੀਂ ਖੱਬੇ ਨਾਲ ਨਹੀਂ ਕੀਤਾ, ਪਰ ਆਪਣੇ ਮਾਲਿਕ ਤੇ ਭਰੋਸਾ ਰੱਖੋ, ਉਹ ਜਿਹੜਾ ਪਿੰਗਲਿਆਂ ਨੂੰ ਪੌੜੀ ਚੜਾ ਸਕਦਾ ਹੈ, ਉਹ ਤੁਹਾਡੇ ਖੱਬੇ ਹੱਥ ਨੂੰ ਵੀ ਇੰਨੀ ਤਾਕਤ ਦੇ ਸਕਦਾ ਕਿ ਤੁਸੀਂ ਜੋ ਅੱਜ ਤੱਕ ਨਹੀਂ ਕੀਤਾ ਉਹ ਵੀ ਕਰਕੇ ਦਿਖਾ ਸਕਦੇ ਹੋ। ਗੱਲ ਤਾਂ ਵਿਸ਼ਵਾਸ ਦੀ ਹੈ ਨਾ, ਗੱਲ ਤਾਂ ਭਰੋਸੇ ਦੀ ਹੈ ਨਾ। ਇਸ ਲਈ ਤਾਂ ਹੀ ਅਸੀਂ ਕਹਿੰਦੇ ਤਵੀਜ਼ ਕभी हमने पहना नहीं और हाथ कभी हमने दिखाया नहीं, भरोसा है हमें अपने मालिक पर, बेशक कभी नजर वो हमें आया नहीं, बेशक वो कभी नजर नहीं आया, पर फिर भी भरोसा इतना है कि हर पल हर घड़ी वो मेरे नाल है। इसलिए संत फकीर ਉਹ ਹੈ ਜੋ ਸਾਡੇ ਅੰਦਰ ਵਿਸ਼ਵਾਸ ਪੈਦਾ ਕਰਦੇ ਹੈ, ਸਾਨੂੰ ਭਰਮਾਂ ਭੁਲੇਖਿਆਂ ਚੋਂ ਕੱਢਦੇ ਹੈ। ਨਹੀਂ ਤਾਂ ਕਈ ਜਗ੍ਹਾ ਬੰਦਾ ਕਹਿੰਦਾ ਜੀ ਸੰਤਾਂ ਕੋ ਗਿਆ ਸੀ, ਅੱਛਾ ਫੇਰ ਕੀ ਹੋਇਆ? ਉਹ ਸੰਤਾਂ ਨੇ ਕਿਹਾ ਚੁਰਾਹੇ ਤੇ ਦੀਵਾ ਜਗਾ, ਅਸੀਂ ਕਿਹਾ ਸੰਤਾਂ ਨੇ ਕਿਹਾ ਚੁਰਾਹੇ ਤੇ ਦੀਵਾ ਜਗਾ, ਕਹਿੰਦਾ ਜੀ ਹਾਂ, ਅਸੀਂ ਕਿਹਾ ਫਿਰ ਸੰਤ ਨਾ ਗਏ, ਫਿਰ ਕੋਈ ਚੇਲਾ ਗਿਆ ਉਹਨੂੰ, ਕਿਉਂਕਿ ਸੰਤ ਕਦੀ ਇਦਾਂ ਦੇ ਕੰਮ ਨਹੀਂ ਦੱਸਦੇ, ਆ ਤਵੀਜ਼ ਲੈ ਲਾ ਇਹਨੂੰ ਖਿਲਾ ਦੀ, ਦੁੱਧ 'ਚ ਘੋਲ ਕੇ ਪਿਲਾ ਦੀ, ਜਾਂ ਆ ਲੈ ਜਾ ਇਹਨੂੰ ਚੁਰਾਹੇ 'ਚ ਦੀਵਾ ਬਾਲ ਦੀ, ਜਾਂ ਕਿਸੇ ਮੁਰਗੇ ਦੀ ਬਲੀ ਦੇ ਦੇਈ। ਇਹ ਸੰਤਾਂ ਦਾ ਕੰਮ ਨਹੀਂ ਹੁੰਦਾ। ਸੰਤ ਤਾਂ ਸਾਨੂੰ ਸੱਤ ਦੇ ਨਾਲ ਜੋੜਦੇ, ਉਹ ਤਾਂ ਸਾਨੂੰ ਕਹਿੰਦੇ ਜੇ ਜੀਵਨ 'ਚ ਦੁੱਖ ਹੈ ਤਾਂ ਤੇਰੇ ਦੁੱਖਾਂ ਦਾ ਕਾਰਨ ਆਂਢ ਗੁਆਂਢ ਨਹੀਂ ਹੈ, ਜੇ ਜੀਵਨ 'ਚ ਦੁੱਖ ਹੈ, ਕਿਉਂਕਿ ਲੜਾਣਾ ਜਿਹਦੇ ਨਾਲ ਮਰਜ਼ੀ ਲੜਾਈ ਜਾਓ, ਕਿਉਂਕਿ ਪਹਿਲਾਂ ਹੀ ਦੱਸਿਆ ਕਿ ਸੰਤ ਸਾਡੇ ਦਿਲਾਂ 'ਚੋਂ ਨਫ਼ਰਤ ਨੂੰ ਕੱਢਦੇ ਐ, ਸਾਡੇ ਦਿਲਾਂ 'ਚ ਪ੍ਰੇਮ ਪੈਦਾ ਕਰਦੇ ਐ, ਉਹ ਸਾਨੂੰ ਲੜਾਉਂਦੇ ਨਹੀਂ। ਇਹ ਤਾਂ ਲੜਾਉਣ ਵਾਲੇ ਪਤਾ ਕੀ ਕਹਿੰਦੇ ਐ, ਉਹ ਤੇਰੇ ਗੁਆਂਢੀਆਂ ਨੇ ਕੀਤਾ ਕੁਝ, ਬਚ ਕੇ ਨਹੀਂ, ਕਦੀ ਉਹਦੇ ਹੱਥੋਂ ਕੋਈ ਚੀਜ਼ ਲੈ ਕੇ ਨਾ ਖਾਈ। ਹੁਣ ਗੁਆਂਢੀ ਵਿਚਾਰੇ ਖੁਸ਼ੀ ਦੇ ਨਾਲ ਡੱਬਾ ਵੀ ਲਿਆਣਗੇ ਮਠਿਆਈ ਦਾ, ਐਸੀ ਨਹੀਂ ਖਾਣਾ ਤੁਸੀਂ, ਜਾਦੂ ਕਰ ਦਿੰਦੇ ਆ। ਹੁਣ ਜਰਾ ਸੋਚੋ ਉੱਥੇ ਪਿਆਰ ਹੋਏਗਾ ਜਾਂ ਉੱਥੇ ਲੜਾਈ ਹੋਏਗੀ? ਅਗਲੇ ਨੇ ਕਹਿਣਾ ਅਸੀਂ ਕੁਝ ਕੀਤਾ ਵੀ ਨਹੀਂ, ਤਾਂ ਤੂੰ ਐਵੇਂ ਸਾਡੇ ਤੇ ਇਲਜ਼ਾਮ ਲਾਈ ਜਾਂਦਾ। ਜਿੱਥੇ ਪਿਆਰ ਦੀ ਗੱਲ ਹੋਣੀ ਸੀ ਉੱਥੇ ਉਹ ਪਿਆਰ ਦੀ ਗੱਲ ਖਤਮ, ਔਰ ਦਿਲਾਂ 'ਚ ਨਫ਼ਰਤ ਪੈਦਾ ਹੋ ਜਾਂਦੀ, ਫਿਰ ਸਾਰੀ ਜ਼ਿੰਦਗੀ ਬੰਦਾ ਇੱਕ ਦੂਜੇ ਨੂੰ ਬੁਲਾਉਂਦਾ ਨਹੀਂ ਹੈ। ਔਰ ਬਹੁਤੀ ਦੂਰ ਕੀ ਜਾਣਾ, ਇਦਾਂ ਦੀਆਂ ਘਟਨਾਵਾਂ ਬਹੁਤ ਹੈ। ਸਾਡੇ ਕੋਲ ਕਈ ਜੀਵ ਆ ਜਾਂਦੇ ਜੀ, ਸਾਨੂੰ ਫਲਾਣੇ ਨੇ ਦੱਸਿਆ, ਇਹਨੂੰ ਤਾਂ ਭੂਆ ਨੇ ਖਿਲਾਇਆ ਹੈ, ਇਹਨੂੰ ਤਾਂ ਮਾਸੀ ਨੇ ਖਿਲਾਇਆ ਹੈ। ਇਹ ਕਮਾਲ ਦੀ ਗੱਲ ਹੈ, ਤੁਹਾਡੀ ਭੂਆ ਨੂੰ ਕੀ ਲੋੜ ਹੈ ਤੁਹਾਨੂੰ ਦੁਖੀ ਕਰਨ ਦੀ? ਪਰ ਨਹੀਂ, ਕਹਿਣ ਵਾਲੇ ਨੇ ਜੋ ਮਰਜ਼ੀ ਕਹਿ ਦੇਣਾ, ਰਿਸ਼ਤਿਆਂ 'ਚ ਦਰਾਰਾਂ ਪਾ ਦੇਣੀਆਂ ਕਿ ਤੇਰੀ ਤਾਂ ਭਰਜਾਈ ਤੇਰੇ ਪੈਰਾਂ ਤੇ ਮਿੱਟੀ ਚੱਕ ਕੇ ਕੰਮ ਕਰੀ ਜਾਂਦੀ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਇੱਕ ਸਵਾਲ ਪੁੱਛਾਂਗੇ, ਕਿਹਨੂੰ ਕਿਹਨੂੰ ਲੱਗਦਾ ਕਿ ਪੈਰਾਂ ਤੇ ਮਿੱਟੀ ਚੱਕਣ ਨਾਲ ਬੰਦੇ ਦਾ ਕੰਮ ਬੰਨਿਆ ਜਾ ਸਕਦਾ ਹੈ? ਬੋਲੋ ਸਮਝਦੇ ਹੋ ਕਿ ਨਹੀਂ? ਕਿਹਨੂੰ ਕਿਹਨੂੰ ਲੱਗਦਾ ਹੈ? ਅਸੀਂ ਕਹਿੰਦੇ ਜਿਹਨੂੰ ਲੱਗਦਾ ਉਹਨੂੰ ਕਹੇ ਭਾਈ ਅੰਬਾਨੀ ਦੇ ਕੰਮ ਨੂੰ ਬੰਨ ਕੇ ਦਿਖਾ ਸਾਨੂੰ। ਜਾਂ ਜਰਾ ਗੌਰ ਕਰਨਾ, ਅਸੀਂ ਕਈ ਵਾਰ ਦੱਸੀਦਾ ਕਿ ਜਦੋਂ ਆ ਚੁਣਾਵ ਆਉਂਦੇ ਨਾ, ਚੁਣਾਵ, ਔਰ ਕਿਦਾਂ ਦੋਨੇ ਪਾਰਟੀਆਂ, ਦੋ ਤਿੰਨ ਪਾਰਟੀਆਂ ਜਿੰਨੀਆਂ ਵੀ ਹੁੰਦੀਆਂ ਜ਼ੋਰ ਲਾਉਂਦੀਆਂ, ਆਪਣਾ ਜ਼ੋਰ ਲਾਉਂਦੀਆਂ, ਸਾਨੂੰ ਵੋਟ ਪਾਓ, ਸਾਨੂੰ ਵੋਟ ਪਾਓ। ਉਹਨਾਂ ਨੂੰ ਇਦਾਂ ਜ਼ੋਰ ਲਾਉਣ ਦੀ ਕੀ ਲੋੜ ਹੈ? ਉਹ ਵੀ ਮਿੱਟੀ ਚੱਕਣ ਪੈਰ ਦੀ, ਲੈ ਜਾਣ ਚੇਲੇ ਕੋਲ, ਲੈ ਭਾਈ ਆ ਉਹ ਪਾਰਟੀ ਦਾ ਕੰਮ ਬੰਦ, ਜਿੱਤੇ ਹੀ ਨਾ ਮੈਂ ਜਿੱਤਾਂ, ਆ ਬੰਦ। ਲੱਖਾਂ ਰੁਪਇਆ ਲਾਉਣ ਦੀ ਕੀ ਲੋੜ ਹੈ? ਅਗਰ ਇਦਾਂ ਹੀ ਕੰਮ ਵੱਜਦੇ ਹੋਣ, ਅਗਰ ਇਦਾਂ ਹੀ ਕਿਸੇ ਨੂੰ ਕੰਟਰੋਲ ਕੀਤਾ ਜਾਵੇ, ਤਾਂ ਇਹਨਾਂ ਪਾਰਟੀਆਂ ਨੂੰ ਲੱਖਾਂ ਰੁਪਇਆ ਲਾਉਣ ਦੀ ਕੀ ਲੋੜ ਹੈ? ਫਿਰ ਤਾਂ ਕਿਸੇ ਚੇਲੇ ਕੋ ਜਾਣ, ਤਸਵੀਰ ਦੇ ਦੇਣ, ਪੈਰ ਦੀ ਮਿੱਟੀ ਦੇ ਦੇਣ ਕਿ ਲੈ ਭਾਈ। ਫਿਰ ਤਾਂ ਕੋਈ ਵੀ ਨਾਮ ਲੈ ਲਓ, ਬੀਜੇਪੀ ਵਾਲੇ ਕਹਿਣ ਆ ਕਾਂਗਰਸ ਦੇ ਪੈਰਾਂ ਦੀ ਮਿੱਟੀ ਆ ਭਾਈ, ਆ ਫਲਾਨਾ ਸਾਡੇ ਬਰਖਲਾਫ ਖੜਾ ਹੋਇਆ ਹੈ, ਆ ਲੈ ਉਹਦੀ ਮਿੱਟੀ, ਕਰਦੇ ਬੰਦ, ਜਿੱਤੇ ਹੀ ਨਾ। ਤਾਂ ਉਧਰੋਂ ਕਾਂਗਰਸ ਪਾਰਟੀ ਵਾਲੇ ਕਹਿਣ ਆ ਲੋ ਆ ਬੀਜੇਪੀ ਦਾ ਜਿਹੜਾ ਬੰਦਾ ਖੜਾ ਹੋਇਆ ਨਾ, ਉਹਦੇ ਪੈਰਾਂ ਦੀ ਮਿੱਟੀ ਹੈ, ਕਰ ਦਿਓ ਕੰਮ, ਇਹ ਜਿੱਤੇ ਹੀ ਨਾ। ਫਿਰ ਤਾਂ ਪਾਰਟੀਆਂ ਜਿੱਤਣੀ ਨਾ, ਜੇ ਇਦਾਂ ਹੀ ਕੰਮ ਹੁੰਦਾ ਹੋਵੇ। ਹੁਣ ਜਰਾ ਸੋਚਣ ਵਾਲੀ ਗੱਲ ਹੈ, ਜੇ ਵਾਕਈ ਇਹਨਾਂ ਚੀਜ਼ਾਂ 'ਚ ਸੱਚਾਈ ਹੁੰਦੀ ਤਾਂ ਫਿਰ ਆ ਗੱਲ ਇਦਾਂ ਮਸਲੇ ਨਿਬੜਨੇ ਸੀਗੇ, ਫਿਰ ਵੋਟਾਂ ਨਾਲ ਨਹੀਂ ਨਿਬੜਨੇ ਸੀਗੇ। ਬੋਲੋ ਸਮਝਦੇ ਹੋ ਕਿ ਨਹੀਂ? ਪਰ ਅੱਜ ਦਰਅਸਲ ਹੈ ਕਿ ਹੁੰਦਾ ਇਹਨਾਂ ਚੀਜ਼ਾਂ ਨਾਲ ਕੁਝ ਵੀ ਨਹੀਂ, ਪਰ ਅਸੀਂ ਆਪਣੇ ਮਨ 'ਚ ਵਹਿਮ ਭਰਮ ਪਾ ਕੇ ਬਹਿ ਜਾਂਦੇ ਆ, ਕਿਉਂਕਿ ਜਿਨ੍ਹਾਂ ਦੀਆਂ ਦੁਕਾਨਾਂ ਹੀ ਵਹਿਮਾਂ ਨਾਲ ਚੱਲਦੀਆਂ, ਜਿਨ੍ਹਾਂ ਦੀਆਂ ਦੁਕਾਨਾਂ ਹੀ ਭਰਮਾਂ ਨਾਲ ਚੱਲਦੀਆਂ ਹੈ ਕਿ ਇਹਨਾਂ ਨੂੰ ਲੜਾਈ ਜਾਓ, ਆਪ ਖਾਈ ਜਾਓ। ਉਹ ਸੁਣੀ ਨਾ ਕਹਾਣੀ ਬੱਚਿਆਂ ਦੀ ਕਿਤਾਬ ਤੇ, ਦੋ ਬਿੱਲੀਆਂ ਦੀ ਲੜਾਈ ਵਿੱਚ ਬਾਂਦਰ ਮਜ਼ਾ ਲੈ ਜਾਂਦਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਸੁਣੀ ਆ ਕਹਾਣੀ ਕਿ ਨਹੀਂ? ਬਸ ਇਹ ਬਾਂਦਰਾਂ ਵਾਲਾ ਕੰਮ ਹੁੰਦਾ ਹੈ ਕਿ ਲੋਕਾਂ ਨੂੰ ਲੜਾਈ ਜਾਓ, ਵਹਿਮਾਂ ਭਰਮਾਂ 'ਚ ਪਾਈ ਜਾਓ, ਭੂਆ ਮਾਸੀ ਆ ਆਂਢ ਗੁਆਂਢ ਇਹਨਾਂ ਨੂੰ ਲੜਾਈ ਜਾਓ, ਉਹ ਵੀ ਮੇਕੋ ਆਣਗੇ, ਤਾਂ ਉਹ ਵੀ ਮੇਕੋ ਆਣਗੇ, ਬਸ ਆਪਣੀਆਂ ਜੇਬਾਂ ਭਰੀ ਜਾਓ। ਸੋ ਜਰਾ ਸਮਝਣ ਦੀ ਗੱਲ ਹੈ ਇੱਥੇ, ਸੱਚੇ ਸੰਤ ਕਦੀ
ਸਾਨੂੰ ਵਹਿਮਾਂ 'ਚ ਨਹੀਂ ਪਾਉਂਦੇ, ਭਰਮਾਂ 'ਚ ਨਹੀਂ ਪਾਉਂਦੇ, ਭੁਲੇਖਿਆਂ 'ਚ ਨਹੀਂ ਪਾਉਂਦੇ। ਸੱਚੇ ਸੰਤ ਤਾਂ ਸਾਨੂੰ ਨਾਮ ਦੇ ਨਾਲ ਜੋੜਦੇ ਐ। ਉਹ ਤਾਂ ਕਹਿੰਦੇ ਦਿਲ 'ਚ ਨਫ਼ਰਤ ਨਾ ਰੱਖੋ, ਵੈਰ ਵਿਰੋਧ ਨਾ ਰੱਖੋ। ਜੇ ਪ੍ਰਮਾਤਮਾ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ ਤਾਂ ਸਦਾ ਤਾਂ ਬੈਠੇ ਨਹੀਂ ਰਹਿਣਾ। ਬੋਲੋ ਸਮਝਦੇ ਹੋ ਕਿ ਨਹੀਂ? ਸਵਾਮੀ ਵਿਵੇਕਾਨੰਦ ਦੇ ਕੋਲ ਇੱਕ ਆਦਮੀ ਗਿਆ, ਕਹਿੰਦਾ ਜੀ ਇੱਕ ਮੇਰਾ ਸ਼ਤਰੂ ਹੈ, ਮੈਨੂੰ ਬੜਾ ਦੁਖੀ ਕਰਦਾ ਹੈ, ਤੁਸੀਂ ਸਵਾਮੀ ਜੀ ਹੋ, ਕੁਛ ਇਦਾਂ ਦਾ ਮੰਤਰ ਦਿਓ ਮਰ ਜਾਵੇ, ਉਹ ਮਰ ਜਾਵੇ, ਕੁਛ ਇਦਾਂ ਦਾ ਮੰਤਰ ਦਿਓ। ਤਾਂ ਵਿਵੇਕਾਨੰਦ ਕਹਿੰਦੇ ਕਿਉਂ ਜਲਦੀ ਕਰਦਾ, ਮਰਨਾ ਤਾਂ ਉਹਨਾਂ ਉਦਾਂ ਵੀ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਉਹ ਕਹਿੰਦੇ ਜਿਸ ਨੇ ਜਨਮ ਲਿਆ ਮਰਨਾ ਤਾਂ ਉਹਨਾਂ ਉਦਾਂ ਵੀ ਹੈ, ਤੈਨੂੰ ਕਰਨ ਦੀ ਕੀ ਲੋੜ ਹੈ ਕਿ ਉਹਨੂੰ ਮਾਰੋ, ਉਹਨੂੰ ਮਾਰੋ। ਇੱਕ ਦਿਨ ਆਣਾ ਜਦੋਂ ਸਭ ਨੇ ਮਰਨਾ ਹੀ ਹੈ। ਸੋ ਬੇਟਾ ਮਾਰਨ ਬਾਰੇ ਗੱਲ ਨਾ ਕਰ, ਉਹ ਤਾਂ ਇੱਕ ਦਿਨ ਮਰਨਾ ਹੀ ਹੈ। ਇਹ ਗੱਲ ਕਰ ਕਿ ਮਹਾਰਾਜ ਇੱਕ ਦਿਨ ਉਹਨਾਂ ਮਰ ਜਾਣਾ, ਮੈਨੂੰ ਕੋਈ ਇਦਾਂ ਦਾ ਮੰਤਰ ਦੇ, ਉਹਨੂੰ ਖੁਸ਼ੀ ਕਿੱਦਾਂ ਦੇਵਾਂ, ਉਹਦੇ ਜੀਵਨ 'ਚ ਹੱਸੀ ਕਿੱਦਾਂ ਲਿਆਵਾਂ, ਤਾਂ ਕਿ ਜਿੰਨਾ ਚਿਰ ਵੀ ਕੋਈ ਜੀਦਾ ਹੈ ਉਨਾ ਚਿਰ ਉਹ ਖੁਸ਼ੀ ਨਾਲ ਜੀ ਕੇ ਜਾਵੇ, ਆਨੰਦ ਨਾਲ ਜੀ ਕੇ ਜਾਵੇ। ਕਿਉਂਕਿ ਮਰਨਾ ਤਾਂ ਇੱਕ ਦਿਨ ਸਾਰਿਆਂ ਨਹੀਂ ਹੈ, ਫਿਰ ਮਰਨ ਦੀ ਕਿਉਂ ਕਰਨੀ? ਅਸੀਂ ਵੀ ਕਈ ਵਾਰ ਕਰਦੇ, ਰੱਬਾ ਉਹ ਮੇਰਾ ਦੁਸ਼ਮਣ ਹੈ, ਇਹਨੂੰ ਜਲਦੀ ਮਾਰ ਦੇ। ਉਹ ਤੂੰ ਕਹਿ ਚਾਹੇ ਨਾ ਕਹਿ, ਇੱਕ ਦਿਨ ਮਰਨਾ ਤਾਂ ਉਹਨਾਂ ਹੈ ਹੀ। ਉਲਟਾ ਇਹ ਕਹਿ, ਰੱਬਾ ਉਹਨਾਂ ਇੱਕ ਦਿਨ ਮਰ ਜਾਣਾ, ਇੰਨੀ ਕਿਰਪਾ ਕਰਦੇ ਜਿੰਨੇ ਚਿਰ ਵੀ ਉਹਦੀ ਜ਼ਿੰਦਗੀ ਹੈ ਉਹ ਖੁਸ਼ੀ ਨਾਲ ਜੀਵੇ, ਆਨੰਦ ਨਾਲ ਜੀਵੇ, ਪਿਆਰ ਨਾਲ ਜੀਵੇ, ਰਲ ਮਿਲ ਕੇ ਜੀਵੇ। ਕਿਉਂ ਅਸੀਂ ਬੰਦੇ ਨੂੰ ਮਾਰਦੇ ਆ? ਕਿਉਂ ਬੰਦੇ ਨੂੰ ਮਾਰਨ ਦੀ ਭਾਵਨਾ ਰੱਖਦੇ ਆ? ਇਹ ਕਿਉਂ ਨਹੀਂ ਭਾਵਨਾ ਸਾਡੇ ਅੰਦਰ ਹੁੰਦੀ ਕਿ ਰੱਬ ਅੱਗੇ ਬੇਨਤੀ ਕਰੀਏ ਕਿ ਰੱਬਾ ਉਹ ਬੰਦਾ ਤਾਂ ਸਲਾਮਤ ਰਵੇ, ਬਸ ਉਹਦੇ ਅੰਦਰਲੀ ਦੁਸ਼ਮਣੀ ਦੀ ਭਾਵਨਾ ਨੂੰ ਖਤਮ ਕਰ ਦੇ, ਉਹਦੇ ਅੰਦਰਲੀ ਬੈਰ ਭਾਵਨਾ ਨੂੰ ਖਤਮ ਕਰ ਦੇ। ਉਹਦੇ ਔਰ ਮੇਰੇ ਦਰਮਿਆਨ ਜਿਹੜਾ ਕ੍ਰੋਧ ਰੂਪੀ ਸ਼ਤਰੂ ਹੈ, ਇਹ ਕ੍ਰੋਧ ਰੂਪੀ ਸ਼ਤਰੂ ਨੂੰ ਖਤਮ ਕਰ ਦੇ। ਜੇ ਮਾਰਨਾ ਹੀ ਹੈ ਤਾਂ ਆਪਣੇ ਅੰਦਰਲੀਆਂ ਬੁਰਾਈਆਂ ਨੂੰ ਮਾਰੀਏ ਜੋ ਸਾਨੂੰ ਇਨਸਾਨ ਨੂੰ ਇਨਸਾਨ ਨਾਲ ਲੜਾਈ ਜਾਂਦੀਆਂ ਹੈ। ਅਸੀਂ ਕਿਉਂ ਬੰਦਿਆਂ ਦੇ ਮਾਰਨ ਦੀ ਗੱਲ ਕਰਦੇ ਹਾਂ? ਜ਼ਰਾ ਸੋਚੋ, ਇਹ ਸਮਝਣ ਵਾਲੀ ਗੱਲ ਹੈ। ਇਸ ਲਈ ਕਦੇ ਵੀ ਇਹ ਨਾ ਮਨ 'ਚ ਸੋਚੋ ਕਿ ਉਹਦਾ ਨੁਕਸਾਨ ਹੋਵੇ, ਉਹ ਮਰੇ, ਉਹ ਦੁਸ਼ਮਣ ਹੈ ਮੇਰਾ। ਬਲਕਿ ਇਹ ਬੇਨਤੀ ਕਰੋ ਕਿ ਰੱਬਾ ਜਿਹੜੀ ਸਾਡੇ ਦਰਮਿਆਨ ਦੁਸ਼ਮਣੀ ਹੈ ਨਾ, ਇਹਨੂੰ ਖਤਮ ਕਰ ਦੇ। ਜਿਹੜੀ ਸਾਡੇ ਦਰਮਿਆਨ ਨਫ਼ਰਤ ਹੈ, ਇਹ ਨਫ਼ਰਤ ਨੂੰ ਖਤਮ ਕਰ ਦੇ। ਸਾਡੇ ਦੋਨਾਂ ਦੇ ਦਰਮਿਆਨ ਜੋ ਦੂਰੀ ਹੈ, ਇਹ ਦੂਰੀ ਖਤਮ ਹੋ ਜਾਵੇ ਕਿ ਜਿੰਨੇ ਵੀ ਸਾਡੇ ਸਵਾਸ ਹੈ ਇਹ ਪ੍ਰੇਮ ਨਾਲ ਰਲ ਮਿਲ ਕੇ ਗੁਜ਼ਰਨ। ਅਗਰ ਅੱਛੀ ਭਾਵਨਾ ਰੱਖਾਂਗੇ ਤਾਂ ਫਿਰ ਸਾਡੇ ਜੀਵਨ 'ਚ ਖੁਸ਼ੀਆਂ ਵੀ ਜ਼ਰੂਰ ਆਣਗੀਆਂ, ਸਾਡੇ ਜੀਵਨ 'ਚ ਆਨੰਦ ਵੀ ਜ਼ਰੂਰ ਆਏਗਾ। ਇਸ ਲਈ ਸਮਝਣਾ ਕਿ ਸੱਚੇ ਸੰਤ ਉਹੀ ਜੋ ਸਾਨੂੰ ਪਰਮਾਤਮਾ ਦੇ ਘਰ ਦਾ ਗਿਆਨ ਦੇਣ, ਪਰਮਾਤਮਾ ਦੇ ਘਰ ਦੀਆਂ ਦਾਤਾਂ ਦੇਣ, ਨਾ ਕਿ ਸਾਨੂੰ ਵਹਿਮਾਂ ਭਰਮਾਂ 'ਚ ਪਾ ਕੇ ਇੱਕ ਦੂਜੇ ਨਾਲ ਹੀ ਲੜਾਈ ਜਾਣ। ਇਸ ਲਈ ਸੰਤ ਦਾਦੂ ਨੇ ਕਿਹਾ, ਦਾਦੂ ਦਾਤ ਦਰਬਾਰ ਕੀ ਕੋਈ ਸਾਧੂ ਵਾਂਟੇ ਆਏ, ਤਹਾਂ ਰਾਮ ਧਨ ਪਾਈਏ ਜਹਾਂ ਸਾਧੂ ਬੈਠੇ ਜਾਏ। ਉਹ ਕਹਿੰਦੇ ਜੇ ਰਾਮ ਰੂਪੀ ਧਨ ਚਾਹੀਦਾ, ਉਹ ਸੱਚਾ ਧਨ ਚਾਹੀਦਾ ਹੈ, ਪ੍ਰਭੂ ਦੀ ਰਹਿਮਤ ਦਾ, ਪ੍ਰਭੂ ਦੀ ਕਿਰਪਾ ਦਾ, ਪ੍ਰਭੂ ਦੀ ਬਖਸ਼ਿਸ਼ ਦਾ। ਜੇ ਤੈਨੂੰ ਉਹ ਸੱਚਾ ਧਨ ਚਾਹੀਦਾ ਹੈ ਤਾਂ ਉਹ ਤੈਨੂੰ ਉੱਥੇ ਮਿਲੇਗਾ ਜਿੱਥੇ ਸੰਤ ਬੈਠੇ ਹੈ, ਜਿੱਥੇ ਵਾਕਈ ਸੱਚੇ ਸੰਤ ਆ ਕੇ ਬੈਠੇ ਹੈ। ਇਸ ਲਈ ਇਹ ਜੀਵਨ ਦੇ ਵਿੱਚ ਇਹ ਪੁਆਇੰਟ ਨੂੰ, ਇਸ ਨੁਕਤੇ ਨੂੰ ਆਪਣੇ ਜੀਵਨ 'ਚ ਲਿਖ ਲੈਣਾ, ਨੋਟ ਕਰ ਲੈਣਾ ਕਿ ਜੇ ਸਾਨੂੰ ਪ੍ਰਭੂ ਦੇ ਘਰ ਦੀਆਂ ਰਹਿਮਤਾਂ ਚਾਹੀਦੀਆਂ ਤਾਂ ਸਾਨੂੰ ਸੰਤਾਂ ਤੱਕ, ਸਤਸੰਗ ਤੱਕ ਪਹੁੰਚਣਾ ਹੀ ਪਏਗਾ, ਸੰਤਾਂ ਦੇ ਨਾਲ ਜੁੜਨਾ ਹੀ ਪਏਗਾ। ਕਿਉਂਕਿ ਉਹੀ ਉਸ ਰਾਮ ਧਨ ਤੱਕ ਪਹੁੰਚ ਸਕਦਾ ਹੈ, ਉਹ ਸੱਚੇ ਧਨ ਤੱਕ ਪਹੁੰਚ ਸਕਦਾ ਹੈ ਜਿਹੜਾ ਸੰਤਾਂ ਤੱਕ ਪਹੁੰਚ ਜਾਂਦਾ ਹੈ। ਕਿਉਂਕਿ ਸੰਤ ਜ਼ਰੀਆ ਹੈ ਔਰ ਉਹਨਾਂ ਦੇ ਜ਼ਰੀਏ ਪ੍ਰਭੂ ਦਾ ਗਿਆਨ, ਪ੍ਰਭੂ ਦੀ ਕਿਰਪਾ, ਉਹਦੀ ਰਹਿਮਤ ਸਾਡੇ ਤੱਕ ਪਹੁੰਚਦੀ ਹੈ। ਜਿੱਦਾਂ ਤੁਸੀਂ ਬਿਮਾਰ ਹੋਵੋ ਤਾਂ ਤੁਸੀਂ ਡਾਕਟਰ ਕੋਲ ਕਿਉਂ ਜਾਂਦੇ ਹੋ? ਕਿਉਂਕਿ ਤੁਹਾਨੂੰ ਪਤਾ ਕਿ ਤੰਦਰੁਸਤੀ ਦੀ ਦਵਾਈ, ਜੁਗਤੀ ਉੱਥੋਂ ਮਿਲਣੀ ਹੈ, ਕਿਉਂਕਿ ਡਾਕਟਰ ਨੂੰ ਉਹਦਾ ਨੌਲੇਜ ਹੈ, ਗਿਆਨ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਇਸੇ ਤਰ੍ਹਾਂ ਜਿੱਦਾਂ ਬੰਦੇ ਨੂੰ ਪਤਾ ਹੈ ਕਿ ਜੇ ਮੈਨੂੰ ਕੋਈ ਰੋਗ ਹੈ, ਮੈਨੂੰ ਕੋਈ ਤਕਲੀਫ ਹੈ ਤਾਂ ਮੈਂ ਡਾਕਟਰ ਕੋਲ ਜਾਣਾ, ਉਹਦੀ ਦਵਾਈ ਮੈਨੂੰ ਉਹਦੇ ਕੋਲੋਂ ਮਿਲਣੀ ਹੈ। ਤੇ ਇਸੇ ਤਰ੍ਹਾਂ ਜੇ ਜੀਵਨ 'ਚ ਕੋਈ ਪਰੇਸ਼ਾਨੀ ਹੈ, ਚਿੰਤਾਵਾਂ ਹੈ, ਕਿਉਂਕਿ ਸਰੀਰਕ ਦੁੱਖਾਂ ਨਾਲੋਂ ਬੜੇ ਦੁੱਖ ਮਾਨਸਿਕ ਹੁੰਦੇ ਆ। ਕਈ ਵਾਰ ਕਹਿੰਦੇ ਨਾ ਕਿ ਸਰੀਰਕ ਦੁੱਖ ਸਾਡਾ ਉਨਾ ਨੁਕਸਾਨ ਨਹੀਂ ਕਰਦਾ ਜਿੰਨੀ ਸਾਡੀ ਚਿੰਤਾ ਨੁਕਸਾਨ ਕਰ ਦਿੰਦੀ ਹੈ। ਇਹ ਤਾਂ ਡਾਕਟਰਾਂ ਨੇ ਵੀ ਸ਼ੋਧ ਕੀਤੀ ਹੈ। ਉਹ ਕਹਿੰਦੇ ਜ਼ਿਆਦਾਤਰ ਹਾਰਟ ਅਟੈਕ ਟੈਨਸ਼ਨ ਨਾਲ ਹੀ ਹੁੰਦੇ ਆ, ਜਦੋਂ ਬੰਦਾ ਚਿੰਤਾ ਜ਼ਿਆਦਾ ਕਰਦਾ ਹੈ। ਜ਼ਿਆਦਾਤਰ ਸ਼ੂਗਰ ਦੀ ਬਿਮਾਰੀ, ਬੀਪੀ ਹਾਈ ਦੀ ਬਿਮਾਰੀ ਚਿੰਤਾ ਨਾਲ ਹੀ ਹੁੰਦੀ ਹੈ, ਜਦੋਂ ਬੰਦਾ ਚਿੰਤਾ ਜ਼ਿਆਦਾ ਕਰਦਾ ਹੈ। ਹੁਣ ਇਹ ਚਿੰਤਾ ਦਾ ਹੱਲ ਡਾਕਟਰਾਂ ਕੋਲ ਨਹੀਂ ਹੁੰਦਾ, ਡਾਕਟਰ ਬਿਮਾਰੀ ਦਾ ਹੱਲ ਕਰ ਸਕਦੇ ਆ। ਬੋਲੋ ਸਮਝਦੇ ਹੋ ਕਿ ਨਹੀਂ? ਹਾਂ ਤੈਨੂੰ ਬੁਖਾਰ ਹੈ, ਆ ਲੈ। ਹਾਂ ਤੈਨੂੰ ਸ਼ੂਗਰ ਹੈ, ਆ ਗੋਲੀ ਖਾ ਲੈ। ਪਰ ਜਿਹਨਾਂ ਨੂੰ ਸ਼ੂਗਰ, ਉਹਨੂੰ ਪਤਾ ਕਿ ਡਾਕਟਰ ਸ਼ੂਗਰ ਵੀ ਦਿੰਦੇ ਆ, ਖਤਮ ਨਹੀਂ ਹੁੰਦੀ, ਕੰਟਰੋਲ ਹੁੰਦੀ ਹੈ, ਖਤਮ ਨਹੀਂ ਹੁੰਦੀ। ਕਿ ਆਹ ਗੋਲੀ ਖਾਂਦਾ ਰਹਿ ਤਾਂ ਤੇਰੀ ਸ਼ੂਗਰ ਕੰਟਰੋਲ 'ਚ ਰਹੇਗੀ। ਪਰ ਫਿਰ ਵੀ ਕਈ ਗੋਲੀਆਂ ਖਾਣ ਦੇ ਬਾਵਜੂਦ ਵੀ ਸ਼ੂਗਰ ਉਹਨਾਂ ਦੀ ਹਾਈ ਰਹਿੰਦੀ ਹੈ। ਹੁਣ ਕਹਿਣ ਦਾ ਮਤਲਬ ਕੀ ਕਿ ਡਾਕਟਰ ਸਾਨੂੰ ਬਿਮਾਰੀ ਦਾ ਇਲਾਜ ਦੇ ਸਕਦੇ ਆ, ਪਰ ਚਿੰਤਾਵਾਂ ਦਾ ਇਲਾਜ ਤਾਂ ਸਾਨੂੰ ਸੰਤਾਂ ਦੇ ਕੋਲੋਂ
ਜਾ ਕੇ ਹੀ ਮਿਲਦਾ ਹੈ। ਉਹ ਯੁਕਤੀ ਲੈਣੀ ਪੈਂਦੀ ਹੈ ਸਿਮਰਨ ਦੀ, ਉਹ ਮੈਡੀਟੇਸ਼ਨ ਦੀਆਂ ਵਿਧੀਆਂ ਸਿੱਖਣੀਆਂ ਪੈਂਦੀਆਂ ਧਿਆਨ ਦੀਆਂ, ਜਿਹਦੇ ਨਾਲ ਸਾਡੇ ਜੀਵਨ ਤੇ ਅੰਦਰ ਚਿੰਤਾਵਾਂ ਜਿਹੜੀਆਂ ਹੈ ਦੂਰ ਹੁੰਦੀਆਂ ਔਰ ਸਾਡੇ ਜੀਵਨ 'ਚ ਸ਼ਾਂਤੀ ਆਉਂਦੀ ਹੈ, ਸਕੂਨ ਆਉਂਦਾ ਹੈ, ਖੁਸ਼ੀ ਆਉਂਦੀ ਹੈ। ਇਸ ਲਈ ਸੰਤ ਦਾਦੂ ਕਹਿੰਦੇ ਹੈ ਜੇ ਪ੍ਰਭੂ ਦੇ ਘਰ ਦਾ ਧਨ ਚਾਹੀਦਾ ਹੈ ਤਾਂ ਇਹ ਪਿਆਰਿਆ ਫਿਰ ਸਤਸੰਗ ਵਿੱਚ ਜਾ, ਫਿਰ ਸੰਤਾਂ ਦੇ ਕੋਲ ਬੈਠ, ਕਿਉਂਕਿ ਤੈਨੂੰ ਇਹ ਜੋ ਪ੍ਰਮਾਤਮਾ ਨੇ ਜੀਵਨ ਦਿੱਤਾ ਹੈ ਨਾ, ਜੋ ਤੈਨੂੰ ਜ਼ਿੰਦਗੀ ਦਿੱਤੀ ਹੋਈ ਹੈ, ਇਹ ਜ਼ਿੰਦਗੀ 'ਚ ਬੜਾ ਕੁਝ ਹੈ। ਇਹਨੂੰ ਸਮਝ ਲਓ ਇਦਾਂ ਹੀ ਹੈ ਜਿੱਦਾਂ ਕਿ ਛੋਟੀ ਜਿਹੀ ਕਹਾਣੀ ਤੋਂ ਥੋੜਾ ਗੱਲ ਨੂੰ ਕਲੀਅਰ ਕਰਾਂਗੇ ਕਿ ਇੱਕ ਵਾਰ ਕਹਿੰਦੇ ਇੱਕ ਬਾਜ ਨੇ ਅੰਡਾ ਦਿੱਤਾ ਔਰ ਬਾਜ ਦੇ ਘੋਂਸਲੇ ਵਿੱਚ ਉਹ ਅੰਡਾ ਹੈ, ਪਰ ਬੜੇ ਜ਼ੋਰਾਂ ਦੀ ਹਨੇਰੀ ਆ ਗਈ, ਬੜੇ ਜ਼ੋਰਾਂ ਦਾ ਤੂਫਾਨ ਆਇਆ। ਜਦੋਂ ਬੜੇ ਜ਼ੋਰਾਂ ਦਾ ਤੂਫਾਨ ਆਇਆ ਤਾਂ ਉਹ ਬਾਜ ਦਾ ਆਲਣਾ ਜਿਹੜਾ ਸੀ ਬਿਖਰ ਗਿਆ ਔਰ ਉਹ ਅੰਡਾ ਗਿਰਿਆ। ਸਿਰਫ ਕਾਲਪਨਿਕ ਕਹਾਣੀ ਹੈ ਸਾਨੂੰ ਸਮਝਾਉਣ ਵਾਸਤੇ, ਨਹੀਂ ਤਾਂ ਬੰਦਾ ਕਹੇ ਪੇੜ ਤੋਂ ਆਂਡਾ ਡਿੱਗਿਆ ਟੁੱਟਿਆ ਕਿਉਂ ਨਹੀਂ, ਬੋਲੋ ਸਮਝਦੇ ਹੋ ਕਿ ਨਹੀਂ, ਕਿ ਏਡੀ ਦੂਰੋਂ ਆਂਡਾ ਡਿੱਗਿਆ ਟੁੱਟਿਆ ਕਿਉਂ ਨਹੀਂ। ਸੋ ਕੁਝ ਕਹਾਣੀਆਂ ਹੁੰਦੀਆਂ ਜਿਹੜੀਆਂ ਸਾਨੂੰ ਗਿਆਨ ਦੇਣ ਵਾਸਤੇ ਹੈ, ਇਹ ਵੀ ਕਹਾਣੀ ਗਿਆਨ ਦੇਣ ਵਾਸਤੇ ਹੈ। ਨਹੀਂ ਤਾਂ ਸਵਾਲ ਨਾ ਬਾਅਦ ਚੋਂ ਕਰਨ ਲੱਗ ਜਾਓ ਮਾਲਕੋ ਆਂਡਾ ਟੁੱਟਿਆ ਕਿਉਂ ਨਹੀਂ ਹੈ, ਥੱਲੇ ਗੱਦੇ ਰੱਖੇ ਹੋਏ ਸੀ, ਥੱਲੇ ਕੀ ਸੀ, ਕਿਉਂਕਿ ਦੇਖਿਆ ਕਿ ਬੰਦਾ ਮਾੜੀ ਮਾੜੀ ਗੱਲ ਤੇ ਸਵਾਲ ਕਰ ਲਾ ਪਾਉਂਦਾ ਹੈ। ਇਸ ਲਈ ਪਹਿਲੀ ਦੱਸ ਦਈਏ ਕਾਲਪਨਿਕ ਕਹਾਣੀ ਹੈ, ਸਿਰਫ ਸਾਨੂੰ ਸਿੱਖਿਆ ਦੇਣ ਵਾਸਤੇ ਬਣਾਈ ਗਈ ਹੈ। ਬੋਲੋ ਸਮਝਦੇ ਹੋ ਕਿ ਨਹੀਂ। ਨਹੀਂ ਤਾਂ ਅੱਜ ਕੱਲ ਦੇ ਬੱਚਿਆਂ ਨੂੰ ਕਹਾਣੀ ਸੁਣਾਓ ਨਾ, ਅਸੀਂ ਆਪਣੀ ਬੇਟੀ ਰੂਹਾਨੀ ਨੂੰ ਕਹਾਣੀ ਸੁਣਾ ਰਹੇ ਸੀ ਪਿਆਸੇ ਕਊਏ ਦੀ, ਤਾਂ ਦੇਖੋ ਨਾ ਸਾਨੂੰ ਕੀ ਜਵਾਬ ਦਿੱਤਾ ਕਿ ਅਸੀਂ ਕਿਹਾ ਬੇਟਾ ਥਰਸਟੀ ਕਰੋ, ਕਿ ਇੱਕ ਪਿਆਸਾ ਕਊਆ ਸੀ, ਉਹਨੇ ਦੇਖਿਆ ਘੜੇ 'ਚ ਪਾਣੀ ਆ ਪਰ ਪਾਣੀ ਬੜਾ ਨੀਵਾਂ ਹੈ, ਪਾਣੀ ਬੜਾ ਨੀਵਾਂ ਹੈ। ਉਹਨੇ ਪਾਣੀ ਪੀਣ ਦੀ ਖਾਤਰ ਕੀ ਕੀਤਾ, ਉਹ ਜਾਂਦਾ ਸੀ ਇੱਕ ਸਟੋਨ ਇੱਕ ਪੱਥਰ ਉਠਾਉਂਦਾ ਸੀ ਚੁੰਝ ਵਿੱਚ ਔਰ ਲਿਆ ਕੇ ਘੜੇ 'ਚ ਪਾਉਂਦਾ ਸੀ। ਉਹ ਪੱਥਰ ਪਾਉਂਦਾ ਗਿਆ ਘੜਾ ਭਰਦਾ ਗਿਆ, ਜਿੱਦਾਂ ਜਿੱਦਾਂ ਘੜਾ ਭਰਦਾ ਗਿਆ ਪਾਣੀ ਉੱਪਰ ਆਂਦਾ ਗਿਆ, ਉੱਪਰ ਆਇਆ ਪਾਣੀ ਤਾਂ ਪਿਆਸੇ ਕਊਏ ਨੇ ਪਾਣੀ ਪੀ ਲਿਆ ਔਰ ਉੜ ਗਿਆ। ਇਹੀ ਕਿਹਾ ਬੇਟਾ ਇਹ ਕਹਾਣੀ ਤੋਂ ਪਤਾ ਕੀ ਲੱਗਾ, ਪਤਾ ਹੁਣ ਐਸੀ ਤਾਂ ਦੱਸਣਾ ਚਾਹੁੰਦਾ ਸੀ ਜਦੋਂ ਬੰਦਾ ਮਿਹਨਤ ਕਰਦਾ ਹੈ ਤਾਂ ਕਿਸੇ ਚੀਜ਼ ਤੱਕ ਵੀ ਬੰਦਾ ਪਹੁੰਚ ਸਕਦਾ ਹੈ, ਪਰ ਉਹਨਾਂ ਅੱਗੇ ਪਤਾ ਕੀ ਗਿਆ, ਕਹਿੰਦੀ ਲੈ ਕਊਏ ਨੇ ਪੱਥਰ ਕਾਹਦੇ ਪਾਏ, ਸਟ੍ਰੋ ਕਿਉਂ ਨਹੀਂ ਲਿਆ, ਸਟ੍ਰੋ ਪਾਈਪ ਕਿਉਂ ਨਹੀਂ ਲੈ ਲਿਆ ਜਿੰਨੇ ਹੀ ਕੋਕ ਪੀਂਦੇ ਆ ਹੈ। ਪੱਥਰਾਂ ਨੂੰ ਕਿੰਨਾ ਟਾਈਮ ਲੱਗ ਜਾਂਦਾ ਹੈ, ਸਿੱਧਾ ਪਾਈਪ ਲੈਂਦਾ, ਪਾਈਪ ਨਾਲ ਸਟ੍ਰੋ ਕਹਿ ਦਿੰਦੇ ਕਿ ਪਲਾਸਟਿਕ ਦਾ ਪਾਈਪ ਹੁੰਦਾ ਜਿਹੜਾ ਬੋਤਲਾਂ 'ਚ ਪਾ ਕੇ ਅਸੀਂ ਉਹਦੇ ਨਾਲ ਖਿੱਚਦੇ ਆ, ਉਹੀ ਪੀ ਲੈਂਦੇ ਆ। ਕਹਿੰਦੇ ਕਊਏ ਨੇ ਸਟ੍ਰੋ ਕਿਉਂ ਨਹੀਂ ਲਿਆ। ਅੱਜ ਕੱਲ ਦੇ ਨਿਆਣੇ ਇੰਨਾ ਚਤੁਰ ਹੈ ਕਿ ਪਾਈਪ ਲੈ ਕੇ ਪਊਆ ਪੀ ਲੈਂਦਾ, ਉਹਨੂੰ ਪੱਥਰ ਪਾਉਣ ਦੀ ਲੋੜ ਹੀ ਨਹੀਂ ਸੀ, ਇੰਨਾ ਟਾਈਮ ਖਰਾਬ ਕੀਤਾ ਉਹਨੇ। ਇਹ ਕਿਹਾ ਪੁੱਤ ਉਸ ਵੇਲੇ ਸਟ੍ਰੋ ਹੈ ਨਹੀਂ ਸੀ, ਉਸ ਵੇਲੇ ਹਾਲੇ ਤੱਕ ਨਾ ਕੋਕ ਬਣਿਆ ਸੀ ਨਾ ਸਟ੍ਰੋ ਬਣੇ ਸੀ। ਸਟ੍ਰੋ ਜਾਨੀ ਇੱਕ ਵਾਰ ਫੇਰ ਤੁਹਾਨੂੰ ਦੱਸੀਏ ਉਹ ਪਾਈਪ ਹੁੰਦੀ ਹੈ ਪਲਾਸਟਿਕ ਦੀ, ਜਿਹੜੇ ਕੋਕ ਪੀਂਦੇ ਬੋਤਲ 'ਚ ਪਾ ਕੇ ਦੇ ਦਿੰਦੇ, ਜੂਸ ਪੀਂਦੇ ਉਹ ਪਾ ਕੇ ਦੇ ਦਿੰਦੇ ਕਿ ਇਹਨਾਂ ਖਿੱਚੋ, ਜਾਂ ਫਰੂਟੀ ਤੁਸੀਂ ਪੀਂਦੇ ਨਾ ਪਾਈਪ, ਉਹਨੂੰ ਸਟ੍ਰੋ ਕਹਿ ਦਿੰਦੇ। ਉਹ ਕਹਿੰਦੀ ਸਟ੍ਰੋ ਨਾ ਕਿਉਂ ਨਹੀਂ ਪੀਤਾ। ਅਸੀਂ ਕਿਹਾ ਬਸ ਕਰ, ਤੁਹਾਨੂੰ ਕਹਾਣੀਆਂ ਸੁਣਾਉਣੀਆਂ ਹੀ ਹੈ, ਕਿਉਂਕਿ ਅੱਗੇ ਤੋਂ ਅੱਗੇ ਪੁਆਇੰਟ ਅੱਜ ਕੱਲ ਦੇ ਬੱਚੇ ਚੀਜ਼ ਨੂੰ ਪਕੜਦੇ ਆ, ਸਮਝਦੇ ਇਸ ਚੀਜ਼ ਨੂੰ। ਤਾਂ ਹੀ ਅਸੀਂ ਇੱਥੇ ਵੀ ਕਲੀਅਰ ਕਰ ਦਈਏ ਕਿ ਬਾਜ ਦਾ ਅੰਡਾ ਸੀ, ਬੜੀ ਤੇਜ਼ ਤੂਫਾਨ ਆਇਆ, ਬੜੀ ਤੇਜ਼ ਹਨੇਰੀ ਚਲੀ, ਆਲਣਾ ਉੜਿਆ ਜ਼ਮੀਨ ਤੇ ਗਿਰਿਆ ਔਰ ਕਹਾਣੀ ਦੱਸਦੀ ਹੈ ਕਿ ਉਹ ਬਾਜ ਦਾ ਅੰਡਾ ਰਿੜਦਾ ਕੋਲ ਹੀ ਇੱਕ ਘਰ ਸੀ, ਉੱਥੇ ਕੁਝ ਮੁਰਗੀਆਂ ਸੀ, ਮੁਰਗੀਆਂ ਦੇ ਅੰਡੇ ਪਏ ਸੀ, ਉੱਚ ਚਲਾ ਗਿਆ। ਯਾਨੀ ਬਾਜ ਦਾ ਅੰਡਾ ਕਿੱਥੇ ਚਲਾ ਗਿਆ, ਮੁਰਗੀਆਂ ਦੇ ਅੰਡੇ ਵਿੱਚ। ਹੁਣ ਜਿਹੜਾ ਮੁਰਗੀਆਂ ਦੇ ਅੰਡੇ ਵਿੱਚ ਬਾਜ ਦਾ ਅੰਡਾ ਚਲਾ ਗਿਆ, ਹੁਣ ਕਹਿੰਦੇ ਐ ਉਹ ਮੁਰਗੀ ਨੇ ਜਿੱਦਾਂ ਬਾਕੀ ਅੰਡਿਆਂ ਤੇ ਬੈਠਣਾ ਉਸੇ ਤਰ੍ਹਾਂ ਬਾਜ ਦੇ ਅੰਡੇ ਤੇ ਵੀ ਬੈਠਣਾ। ਹੁਣ ਹੌਲੀ ਹੌਲੀ ਸਮਾਂ ਬੀਤਿਆ, ਹੌਲੀ ਹੌਲੀ ਮੁਰਗੀਆਂ ਦੇ ਅੰਡਿਆਂ ਚੋਂ ਬੱਚੇ ਨਿਕਲੇ ਤਾਂ ਬਾਜ ਦੇ ਅੰਡੇ ਚੋਂ ਵੀ ਬੱਚਾ ਨਿਕਲਿਆ। ਹੁਣ ਜਦੋਂ ਬਾਜ ਦੇ ਅੰਡੇ ਚੋਂ ਵੀ ਬੱਚਾ ਨਿਕਲਿਆ ਤਾਂ ਬਾਜ ਦੇ ਅੰਡੇ ਨੇ ਤਾਂ ਇਹੀ ਸੋਚਿਆ ਮੈਂ ਮੁਰਗੀ ਆ, ਔਰ ਮੁਰਗੀ ਨੇ ਵੀ ਉਹਨੂੰ ਇੱਦਾਂ ਰੱਖਿਆ ਕਿ ਇਹ ਮੇਰਾ ਹੀ ਬੱਚਾ ਹੈ। ਹੁਣ ਜਿੱਦਾਂ ਚੂਹੇ ਬੜੇ ਹੋਣ ਲੱਗੇ, ਬਾਜ ਦਾ ਬੱਚਾ ਵੀ ਹੌਲੀ ਹੌਲੀ ਬੜਾ ਹੋਣ ਲੱਗਾ। ਉਹਦਾ ਆਕਾਰ ਕੁਝ ਹੋਰ, ਉਹਦੀ ਸ਼ਕਲ ਕੁਝ ਹੋਰ, ਪਰ ਫਿਰ ਵੀ ਉਹਦੇ ਅੰਦਰ ਸੋਚ ਕੀ ਸੀ ਕਿ ਮੈਂ ਮੁਰਗੀ ਆ। ਇਸ ਲਈ ਜਿੱਦਾਂ ਮੁਰਗੀਆਂ ਨੇ ਦਾਣਾ ਚੁਗਣਾ, ਇਦਾਂ ਹੀ ਬਾਜ ਦੇ ਬੱਚੇ ਨੇ ਦਾਣਾ ਚੁਗਣਾ। ਇਦਾਂ ਹੀ ਕਰਦੇ ਕਰਦੇ ਬੱਚਾ ਬੜਾ ਹੋਣ ਲੱਗ ਗਿਆ, ਮੁਰਗੀਆਂ ਇੰਨੀਆਂ ਰਹਿ ਗਈਆਂ, ਬਾਜ ਦਾ ਬੱਚਾ ਚੰਗਾ ਤਗੜਾ ਹੋ ਗਿਆ। ਹੁਣ ਬਾਹਰੋਂ ਸਰੀਰ ਤਾਂ ਬਣ ਗਿਆ ਬਾਜ ਵਾਲਾ, ਪਰ ਅੰਦਰ ਹਾਲੇ ਵੀ ਸੋਚ ਮੁਰਗੀਆਂ ਵਾਲੀ ਹੈ। ਹੁਣ ਮੁਰਗੀਆਂ ਜਿੱਦਾਂ ਥੋੜਾ ਜਿਹਾ ਉੜਦੀਆਂ ਹੈ, ਇਹ ਬਾਜ ਦਾ ਬੱਚਾ ਵੀ ਮੁਰਗੀਆਂ ਜਿੰਨਾ ਇੱਥੋਂ ਉੜਦਾ, ਏਦਾਂ ਜਿੱਦਾਂ ਮੁਰਗੀ ਇੱਥੋਂ ਉੜਦੀ ਉੱਥੇ ਬਹਿ ਜਾਂਦੀ ਹੈ। ਬਾਜ ਦਾ ਬੱਚਾ ਵੀ ਉਨੇ ਕੀ ਉੜਦਾ ਜਿੰਨਾ ਕੁ ਮੁਰਗੀਆਂ ਉੜਦੀਆਂ ਹੈ, ਕਿਉਂਕਿ ਉਹਨੇ ਆਪਣੇ ਆਪ ਨੂੰ ਸਮਝਿਆ ਹੀ ਮੁਰਗੀ ਹੈ। ਹੁਣ ਇੱਕ ਦਿਨ ਕੀ ਹੋਇਆ, ਇਹ ਬਾਜ ਦੇ ਬੱਚੇ ਦਾ ਧਿਆਨ ਉੱਪਰ ਨੂੰ ਗਿਆ ਆਕਾਸ਼ ਦੀ ਤਰਫ, ਤਾਂ ਦੇਖਿਆ ਕਿ ਇੱਕ ਪੰਛੀ ਹੈ ਜਿਹਨਾਂ ਪੰਖ ਫੈਲਾਏ ਹੋਏ, ਉਹ ਬੜੀ ਉਚਾਈ ਤੇ ਉੜ ਰਿਹਾ ਹੈ।
बड़ी ऊंचाई ते उड़ रहा है और देखण नूं तां लगदा मेरे वर्गा ही है। उन्हें अपनी मां मुर्गी नूं पुछया कि मां वो पंछी किहड़ा है, देखण नूं तां मेरे ही वर्गा है, कि मैं भी इदां उड़ सकदा हां? तां मुर्गी ने कहा नहीं नहीं, वो तां बाज है, तू मुर्गी है, तू उत्थे किदां उड़ जाना है? वो तेरे बस की गल नहीं है उत्थे उड़ सके, तू एक मुर्गी है, वो बाज है। वो कहंदा देखण नूं तां मेरे वर्गा लगदा है, किड्डी ऊंचाई ते उड़ रहा है। वो मुर्गी कहंदी मन चों भुलेखा कढ दे, देखण नूं बेशक तेरे वर्गा ही है, पर हैगा वो बाज, तो तू मुर्गी है, तेतों नहीं उत्थे तक उड़ना, तू उत्थे तक पहुंच ही नहीं सकदा, इसलिए छड्ड। कहंदे जदों बाज ने सुनी मुर्गी दी गल तां अपने मन च गल बिठा ली कि मेरा भरम ही है, मैं तो एक मुर्गी है, मैं कदी उत्थे तक पहुंच नहीं सकदा। इदां ही सोच के उन्हां कदी उड़न दी कोशिश कीती नहीं, उन्हें कदी उड़न की कोशिश की नहीं। इदां ही समा गुजरिया, वो बाज मुर्गी रह के ही मर गया, पर ਉਹਦੀ अंदरली क्वालिटी, ਉਹਦੇ अंदरला जो गुण सी वो बाहर निकल ही नहीं पाया। क्यों? क्योंकि उन्हें कदी कोशिश की नहीं, उन्हें बस एक गल मन ली कि मैं मुर्गी हाँ। अज असीं तुहानूं कहंदे आ, तुहाडे सब दे अंदर वो हरी है, तुहाडे सब दे अंदर वो परमात्मा है, तुसीं सारे ही परमात्मा का रूप हो सकते हो, पर वो रूप असीं फिर हो सकते हैं अगर असीं मेहनत करांगे, कोशिश करांगे, सिमरन करांगे, अगर अपनी सुरती नूं गुरु कोलों ज्ञान लैके इत्थे जोड़ांगे, फिर असीं भी ये पहचान सकते हैं। अज असीं कोशिश नहीं करते। अज बंदा भी पता की कहता है, जो असीं गुरुआं रहबरां संतां पीरां फकीरां नूं देखदे हैं, वो देखो किड्डे आनंद दी उडारी मार रहे हैं, तो दूजा बंदा दसना ओए वो संत है, वो रब दा रूप है, तू तो मिट्टी दा पुतला है, ओए तू तो पापी बंदा है, तेतों किते एडियां उडारियां वजणियां है। हुण जदों असीं दूजे दी गल मन के, ओदी गल समझ के कोशिश करदे ही नहीं आ, उदां दी सोच रख के बह जांदे कि मैं तां पापी हां, मैं रब तक कित्थों पहुंचना है, ओ मैं तां पाप करन वाला, झूठ बोलण वाला, हेरा फेरी करन वाला, माड़े काम करन वाला, पता नहीं दिन भर च मेरे तो किन्नियां गलतियां होंदियां, मैं उत्थे कित्थों पहुंच जाना, ओ ऊंचाई ते, ओ प्रभु तक मैं कित्थों पहुंच जाना। ये सोच के बंदा कदी सिमरन करन दी या नेक मार्ग ते चलन दी या उस ऊंचाई तक पहुंचण दी कोशिश नहीं करदा, ओह इसी तरह अपनी जिंदगी नूं खत्म कर लैंदा जिस तरह बाज कर लैंदा है। ਉਹੀ हालत अज हर इंसान दी है। जरा समझना, समा काफी हो गया, इसलिए एक कहानी नूं सत्संग की समाप्ति की तरफ लैके चलीए कि अज साडी हालत भी किहड़ी है। जे बंदा सोचे वो बाज वाली है क्वालिटी साडे सारियां दे अंदर है, बोलो समझदे हो कि नहीं? जिन्ने भी तुसीं बैठे हो क्वालिटी तुहाडे सारियां दे अंदर है। तुसीं सारे सिमरन करके, तुसीं सारे नाम नाल जुड़ के उस आनंद नूं प्राप्त कर सकते हो, पर वो फिर होएगा अगर तुसीं कोशिश करोगे। पर इत्थे आले दुआले मुर्गियां इन्नियां होंदियां जिहड़ियां सानूं कोशिश करने नहीं दिंदियां। ओ लै तूं पापीआ, जे तां बैठा सिमरन ते इन्हां करना सिमरन, आ 2 दिन लगातार सत्संग ते चल जाओ तो लोकी आया बड़ा सत्संगी, देख आ देख पापी, आ पापी रोज सत्संग तुर पैंदा, किड्डा इन्हां रब नूं पा लेना है। जे बंदा कोई कोशिश करना भी चाहता है तो दुनिया करन नहीं दिंदी, क्योंकि पता है आप मुर्गियां है तो इनू उस ऊंचाई तक पहुंचण नहीं देना, इसलिए इनू भी खिंच के इत्थे ही रखो। जिद्दां असीं कई बार दसीदा ना कि आप तो बंदा मंजिल की तरफ जाता नहीं, जो कहानी दसी दी है हुण दस दईए फटाफट, फिर सत्संग की समाप्ति करिए। कि एक बार एक फकीर नूं राजे ने पूछया, कि महाराज दुनिया ते इन्ने दुख क्यों है, दुनिया ते खुशी क्यों नहीं है, सुख क्यों नहीं है? तो फकीर कहंदे दुनिया ते इन्ने दुख क्यों है, खुशी क्यों नहीं है, जानना चाहता? वो कहंदा जी हाँ। कहंदे फिर एक बड़ा टोआ पुट, एक कहानी कई बार दसी, इत्थे भी दसना चाहांगे गल नूं साफ करने वास्ते। वो कहंदे बड़ा टोआ पुट, कहंदा जी किड्डा क बड़ा? कहंदे 20 फुट गहरा 20 फुट चौड़ा एक टोआ पुट, गड्ढा खोद। राजे ने हुक्म किया सैनिकां नूं, देखदियां सवेर तो दोपहर तक टोआ तैयार हो गया, 20 फुट गहरा 20 फुट चौड़ा। राजा कहंदा लो जी हुण दसो कि दुनिया ते इन्ने दुख क्यों है, सुख क्यों नहीं है? तो उस वेले फकीर कहंदे हाले गल पूरी नहीं हुई, टोआ तैयार है, हुण इदां कर 20 बंदियां नूं बुला, 20 बंदियां नूं बुला के टोए ते सुੱਟ। राजा कहंदे टोए च सुੱਟਾਂ क्यों? कहंदे बुला के सुੱਟਦਾ सही। कहंदे 20 बंदे राजे ने मंगा ले, क्योंकि सैनिकां नूं भेजा 20 बंदे इकट्ठे करके लियाओ, और लिया के उन्होंने टोए च खड़े कर दिता। हुण 20 फुट उच्चा टोआ, बंदे 6-6 फुट दे, कोई 5.5 फुट, कोई 5 फुट, 20 फुट उच्चा टोआ। हुण राजा ऊपर खड़ा है, राजा कहंदा लो जी 20 बंदे भी सुੱਟ दिते, हुण की करा? फकीर कहंदे हुण खड़ के ये गल कह कि मैं तुहानूं 15 मिनट का टाइम दिंदा हां, 15 मिनट दे विच जिहड़ा तुहाडे चों पहलां इस टोए चों बाहर आ गया, मैं अपना अद्धा राज उहनूं दूं।
ਜਦੋਂ ਕਿਹਾ ਫਕੀਰਾਂ ਨੇ ਤਾਂ ਰਾਜਾ ਡਰ ਗਿਆ, ਕਹਿੰਦਾ ਮਹਾਰਾਜ ਅੱਧਾ ਰਾਜ, ਮੇਰਾ ਦਿਮਾਗ ਖਰਾਬ ਹੈ ਕਿ ਜਿਹੜਾ ਟੋਏ ਚੋਂ ਬਾਹਰ ਆ ਗਿਆ, ਮਿੱਟੀ ਦਾ ਟੋਆ ਹੈ, ਉਂਗਲੀਆਂ ਫਸਾ ਕੇ ਇਹਨਾਂ ਨੇ ਆ ਜਾਣਾ ਹੈ ਵੀ 15 ਮਿੰਟ ਤਾਂ ਬਹੁਤ ਜ਼ਿਆਦਾ ਹੈ, ਇਹ ਤਾਂ 5 ਮਿੰਟਾਂ 'ਚ ਬਾਹਰ ਆ ਜਾਣਗੇ ਔਰ ਮੈਂ ਅੱਧਾ ਰਾਜ ਦੇਵਾਂ। ਮਹਾਰਾਜ ਤੁਸੀਂ ਠੀਕ ਹੋ? ਉਹ ਫਕੀਰ ਕਹਿੰਦੇ ਫਿਕਰ ਨਾ ਕਰ, ਤੂੰ ਗੱਲ ਕਰ, ਤੇਰਾ ਰਾਜ ਕਿਤੇ ਨਹੀਂ ਜਾਂਦਾ, ਅਸੀਂ ਬੈਠੇ ਹਾਂ। ਰਾਜਾ ਕਹਿੰਦੇ ਤੁਹਾਡੀ ਗਰੰਟੀ ਹੈ, ਯਾਨੀ ਪੱਕੀ ਗੱਲ ਹੈ ਨਹੀਂ ਜਾਂਦਾ? ਉਹ ਕਹਿੰਦੇ ਨਹੀਂ ਜਾਂਦਾ, ਤੂੰ ਕਹਿ ਤਾਂ ਸਹੀ। ਤਾਂ ਰਾਜੇ ਨੇ ਟੋਏ ਦੇ ਕੋਲ ਖੜ ਕੇ ਕਿਹਾ ਉਹਨਾਂ 20 ਆਦਮੀਆਂ ਨੂੰ ਕਿ ਮੈਂ ਤੁਹਾਨੂੰ 15 ਮਿੰਟ ਦਾ ਟਾਈਮ ਦਿੰਦਾ। ਚੰਗੇ ਭਲੇ ਖੜੇ ਸੀ, ਕੱਪੜੇ ਵੀ ਸਾਫ਼ ਸੁਥਰੇ, ਕਿਉਂਕਿ ਬੜੇ ਪਿਆਰ ਨਾਲ ਉਤਾਰਿਆ ਸੀ ਉਹਨਾਂ ਨੂੰ, ਚੰਗੇ ਭਲੇ ਖੜੇ ਸੀ। ਤਾਂ ਰਾਜੇ ਨੇ ਜਿੱਦਾਂ ਹੀ ਕਿਹਾ ਕਿ ਮੈਂ ਤੁਹਾਨੂੰ 15 ਮਿੰਟ ਦਾ ਟਾਈਮ ਦਿੰਦਾ ਹਾਂ, ਸਮਾਂ ਦਿੰਦਾ ਹਾਂ, 15 ਮਿੰਟ ਦੇ ਵਿੱਚ ਜਿਹੜਾ ਤੁਹਾਡੇ ਚੋਂ ਟੋਏ ਚੋਂ ਬਾਹਰ ਆ ਗਿਆ, ਮੈਂ ਅੱਧਾ ਰਾਜਿਆ ਉਹਦੇ ਨਾਂ ਤੇ ਕਰ ਦੂੰ, ਇਹ ਮੇਰਾ ਬਚਨ ਹੈ। ਔਰ ਇੰਨੀ ਗੱਲ ਕਹਿ ਕੇ ਰਾਜੇ ਨੇ ਕਿਹਾ ਲਓ ਤੁਹਾਡਾ ਟਾਈਮ ਸ਼ੁਰੂ ਹੁੰਦਾ ਹੁਣ। ਕਹਿ ਕੇ ਰਾਜਾ ਪਿੱਛੇ ਨੂੰ ਹੋ ਗਿਆ ਤਾਂ ਕੀ ਦੇਖਿਆ ਰਾਜੇ ਨੇ ਕਿ ਟੋਏ ਵਿੱਚੋਂ ਧੂੜ ਮਿੱਟੀ ਉੱਡ ਰਹੀ ਹੈ, ਕਿਉਂਕਿ ਸਾਰੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਆ। ਜੇ ਇੱਕ ਜਾਂਦਾ ਦੂਜਾ ਲੱਤ ਫੜ ਕੇ ਖਿੱਚ ਲੈਂਦਾ, ਤੂੰ ਕਿੱਦਾਂ ਜਾਂਦਾ ਹੈ? ਰਾਜ ਮੈਨੂੰ ਹੈ, ਰਾਜ ਮੈਨੂੰ ਮਿਲੇਗਾ, ਮੈਂ ਜਾਣਾ ਪਹਿਲਾਂ। ਆਪ ਦਾ ਬੰਦਾ ਜਾ ਨਹੀਂ ਰਿਹਾ ਸੀ, ਜੇ ਕੋਈ ਜਾਣ ਵਾਲਾ ਵੀ ਸੀ ਉਹਨੂੰ ਵੀ ਲੱਤ ਖਿੱਚ ਕੇ ਥੱਲੇ ਕਰ ਲੈਂਦੇ ਸੀ। ਦੇਖਦਿਆਂ ਦੇਖਦਿਆਂ ਟੋਏ ਦਾ ਹਾਲ ਕੀ ਹੋ ਗਿਆ, ਕੱਪੜੇ ਸਾਰਿਆਂ ਦੇ ਮਿੱਟੀ ਨਾਲ ਭਰ ਗਏ, ਬਾਲ ਬਿਖਰ ਗਏ, ਕੱਪੜੇ ਕਈਆਂ ਦੇ ਫਟ ਵੀ ਗਏ ਖਿੱਚਾ ਧੂਈ ਵਿੱਚ, ਕਿਉਂਕਿ ਜਦੋਂ ਖਿੱਚਣਾ ਹੈ ਤਾਂ ਫਿਰ ਕੱਪੜੇ ਥੋੜੀ ਦੇਖਣੇ ਆ। ਪੂਰਾ ਟੋਆ ਧੂੜ ਮਿੱਟੀ ਨਾਲ ਭਰ ਗਿਆ। 15 ਮਿੰਟ ਹੋ ਗਏ ਤਾਂ ਰਾਜੇ ਨੂੰ ਫਿਕਰ ਸੀ ਕਿਤੇ ਕੋਈ ਬਾਹਰ ਨਾ ਆ ਜਾਵੇ, ਪਰ ਫਕੀਰ ਹੱਸ ਰਹੇ ਆ, ਕਹਿੰਦੇ ਫਿਕਰ ਨਾ ਕਰ, ਬਾਹਰ ਕੋਈ ਨਹੀਂ ਆਂਦਾ, ਕਿਉਂਕਿ ਜੇ ਕੋਈ ਆਉਣ ਵਾਲਾ ਵੀ ਹੋਇਆ ਤਾਂ ਦੂਜੇ ਨੇ ਆਣ ਨਹੀਂ ਦੇਣਾ, ਦੂਜੇ ਨੇ ਉਹਨੂੰ ਆਣ ਨਹੀਂ ਦੇਣਾ, ਤੂੰ ਫਿਕਰ ਨਾ ਕਰ। 15 ਮਿੰਟ ਬੀਤੇ, ਰਾਜ ਨੇ ਤਾੜੀ ਵਜਾਈ, ਕਹਿੰਦੇ ਬਸ, ਕਹਿੰਦੇ ਬਸ। ਹੁਣ ਜਦੋਂ ਬਸ ਗਿਆ ਸਾਰੇ ਖੜ ਗਏ। ਫਕੀਰ ਕਹਿੰਦੇ ਦੇਖ ਹਾਲ ਦੇਖ ਇਹਨਾਂ ਦਾ, ਜਦੋਂ ਵਿੱਚ ਸੀ ਕਿੰਨੇ ਸਾਫ਼ ਸੁਥਰੇ ਸੀ, ਕਿੰਨੇ ਚੰਗੇ ਭਲੇ ਸੀ, ਪਰ 15 ਮਿੰਟ ਦੇ ਵਿੱਚ ਕੱਪੜੇ ਫਟ ਗਏ, ਧੂੜ ਮਿੱਟੀ ਨਾਲ ਇਹਨਾਂ ਦੇ ਸਰੀਰ ਭਰ ਗਏ, ਔਰ ਹਾਲ ਦੇਖ ਕੇ ਕਈਆਂ ਦੇ ਖੂਨ ਵੀ ਨਿਕਲ ਆਇਆ। ਕਿੰਨੇ ਦੁਖੀ ਹੋ ਗਏ, ਕਿੰਨੇ ਦੁਖੀ ਹੋ ਗਏ ਸਿਰਫ 15 ਮਿੰਟ ਦੇ ਅੰਦਰ। ਫਕੀਰ ਕਹਿੰਦੇ ਰਾਜਾ ਤੂੰ ਕਹਿੰਦਾ ਹੈ ਇਹ ਦੁਨੀਆ ਤੇ ਦੁੱਖ ਕਿਉਂ ਐ ਇੰਨੇ, ਇਹ ਦੁਨੀਆ ਤੇ ਪਰੇਸ਼ਾਨੀਆਂ ਕਿਉਂ ਐ ਇੰਨੀਆਂ? ਬਸ ਆਹੀ ਕਾਰਨ ਹੈ ਦੁਨੀਆ ਦੇ ਦੁੱਖਾਂ ਦਾ, ਕਿਉਂਕਿ ਇੱਥੇ ਹਰ ਕੋਈ ਇੱਕ ਦੂਜੇ ਦੀ ਲੱਤ ਖਿੱਚਣ ਲੱਗਾ ਹੋਇਆ, ਕੋਈ ਵੀ ਹੱਥ ਖਿੱਚ ਨਹੀਂ ਰਿਹਾ, ਕੋਈ ਵੀ ਦੂਜੇ ਦੀ ਹੈਲਪ ਨਹੀਂ ਕਰਦਾ, ਕੋਈ ਵੀ ਦੂਜੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਨਹੀਂ ਕਰਦਾ, ਹਰ ਕੋਈ ਦੂਜੇ ਨੂੰ ਗਿਰਾਉਣ ਦੀ ਕੋਸ਼ਿਸ਼ ਕਰਦਾ ਹੈ। ਬਾਹਰ ਕੱਢਣ ਦਾ ਮਤਲਬ ਹੈ ਕੋਈ ਮੁਸ਼ਕਿਲ ਵਿੱਚ ਹੈ, ਕੋਈ ਪਰੇਸ਼ਾਨੀ ਵਿੱਚ ਹੈ, ਕੋਈ ਤਕਲੀਫ ਵਿੱਚ ਹੈ, ਤਾਂ ਕੋਈ ਕੋਸ਼ਿਸ਼ ਨਹੀਂ ਕਰਦਾ ਕਿ ਇਹਨੂੰ ਦੁੱਖ ਚੋਂ ਕੱਢਿਆ ਜਾਵੇ, ਇਹਨੂੰ ਮੁਸੀਬਤ ਚੋਂ ਕੱਢਿਆ ਜਾਵੇ। ਹਰ ਕੋਈ ਲੱਤ ਖਿੱਚਣ ਦੀ ਕੋਸ਼ਿਸ਼ ਕਰਦਾ ਹੈ ਕਿ ਕਾਮਯਾਬ ਨਾ ਹੋਵੇ। ਕਿਸੇ ਦਾ ਕੰਮ ਬਣਦਾ ਹੋਵੇ ਤਾਂ ਬੰਦਾ ਵਿਗਾੜ ਦਿੰਦਾ ਹੈ, ਕਿਸੇ ਧੀ ਭੈਣ ਦਾ ਰਿਸ਼ਤਾ ਹੁੰਦਾ ਹੋਵੇ ਉਹ ਨਾ ਕਰਿਓ ਉੱਥੇ, ਤੁਹਾਨੂੰ ਨਹੀਂ ਪਤਾ ਉਹ ਮੁੰਡਾ ਬੜਾ ਇਦਾਂ ਹੈ, ਉਹ ਕੁੜੀ ਬੜੀ ਇਦਾਂ ਹੈ, ਰਿਸ਼ਤਿਆਂ 'ਚ ਰੁਕਾਵਟਾਂ ਪਾਈ ਜਾਣਗੇ। ਯਾਨੀ ਕਿਸੇ ਦੀ ਗੱਲ ਬਣਦੀ ਕੋਈ ਬਰਦਾਸ਼ਤ ਕਰ ਹੀ ਨਹੀਂ ਸਕਦਾ, ਨਹੀਂ ਤਾਂ ਹੁੰਦਾ ਜਾਂ ਨਹੀਂ? ਜਰਾ ਸੋਚ ਕੇ ਦੇਖੋ, ਅੱਜ ਕਿਸੇ ਨੂੰ ਖੁਸ਼ੀ ਮਿਲਦੀ ਦੇਖ ਕੇ ਬੰਦਾ ਖੁਸ਼ ਨਹੀਂ ਹੁੰਦਾ, ਇਹੀ ਤਾਂ ਦੁਨੀਆ ਦੇ ਦੁੱਖਾਂ ਦਾ ਕਾਰਨ ਹੈ। ਜਰਾ ਗੌਰ ਕਰਨਾ। ਫਕੀਰ ਕਹਿੰਦੇ ਅਗਰ ਇਹ 20 ਬੰਦੇ ਸਲਾਹ ਕਰਦੇ ਕਿ ਭਾਈ ਐਡਾ ਵੱਡਾ ਰਾਜ ਹੈ, ਅੱਧਾ ਰਾਜ, ਅਗਰ ਅਸੀਂ 20 ਜਣੇ ਇੱਕ ਦੂਜੇ ਦੀ ਹੈਲਪ ਕਰੀਏ ਬਾਹਰ ਨਿਕਲਣ ਵਿੱਚ, ਔਰ ਇਹ ਐਡੇ ਵੱਡੇ ਰਾਜ ਨੂੰ ਅੱਧਾ ਅੱਧਾ ਵੀ ਅਸੀਂ 20 ਜਣੇ ਆਪਸ ਵਿੱਚ ਵੰਡ ਲਵਾਂਗੇ ਤਾਂ ਜਿੰਨਾ ਸਾਡੇ ਕੋਲ ਹੈ ਇਹ ਤੋਂ ਕਈ ਹਜ਼ਾਰ ਗੁਣਾ ਸਾਨੂੰ ਮਿਲ ਜਾਏਗਾ। ਕਹਿੰਦੇ ਅਗਰ ਹੈਲਪ ਕਰਦੇ, ਇੱਕ ਦੂਜੇ ਦੀ ਮਦਦ ਕਰਦੇ ਤਾਂ ਕੱਪੜੇ ਵੀ ਨਹੀਂ ਫਟਣੇ ਸੀ, ਧੂੜ ਮਿੱਟੀ ਵੀ ਨਹੀਂ ਉੜਨੀ ਸੀ, ਤਾਂ ਸਾਰਿਆਂ ਨੇ ਐਡੇ ਵੱਡੇ ਅੱਧੇ ਰਾਜ ਨੂੰ 20 ਹਿੱਸਿਆਂ 'ਚ ਵੰਡ ਕੇ ਆਪਣੇ ਆਪਣੇ ਜੀਵਨ 'ਚ ਆਰਾਮ ਨਾਲ ਉਹਨਾਂ ਨੇ ਆਪਣੀ ਜ਼ਿੰਦਗੀ ਖੁਸ਼ੀ ਨਾਲ ਗੁਜ਼ਾਰਨੀ ਸੀ। ਪਰ ਦੇਖ ਲਓ, ਮੈਨੂੰ ਮਿਲੇ, ਮੈਨੂੰ ਮਿਲੇ, ਮੈਨੂੰ ਮਿਲੇ, ਇਹ ਮੇਰੀ ਮੇਰੀ ਨਾ ਹੈ। ਦੁੱਖ ਵੀ ਦਿੱਤਾ, ਕੱਪੜੇ ਵੀ ਫਟਵਾਏ, ਲਹੂ ਲਹਾਨ ਵੀ ਕਰਾਏ, ਤਾਂ ਮਿਲਿਆ ਵੀ ਕੁਛ ਨਹੀਂ, ਧੂੜ ਮਿੱਟੀ ਤੋਂ ਸਿਵਾ ਪੱਲੇ ਵੀ ਕੁਛ ਨਹੀਂ ਪਿਆ। ਅੱਜ ਬੰਦੇ ਦੀ ਹਾਲਤ ਵੀ ਇਹੀ ਹੁੰਦੀ ਹੈ, ਬੰਦਾ ਵੀ ਮੇਰੀ 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 ਕਰਦਾ ਚਲਾ ਜਾਂਦਾ ਹੈ, ਪਰ ਅੰਤ ਵਿੱਚ ਪਾਉਂਦਾ ਕਿ ਮਿਲਿਆ ਵੀ ਕੁਛ ਨਹੀਂ, ਤਾਂ ਜੀਵਨ 'ਚ ਗਵਾ ਸਭ ਕੁਛ ਲਿਆ, ਰਿਸ਼ਤੇ ਵੀ ਗਵਾ ਲਏ, ਪ੍ਰੇਮ ਵੀ ਗਵਾ ਲਿਆ, ਏਕਤਾ ਵੀ ਗਵਾ ਲਈ, ਧਨ ਦੌਲਤ ਪਦਾਰਥਾਂ ਪਿੱਛੇ ਮੈਂ ਨਫ਼ਰਤ ਪੈਦਾ ਕਰ ਲਈ, ਖੂਨ ਖਰਾਬੇ ਕੀਤੇ, ਆਪਣੇ ਕੱਪੜੇ ਪੜਵਾਏ, ਦੂਜਿਆਂ ਦੇ ਕੱਪੜੇ ਫਾੜੇ, ਯਾਨੀ ਕਿੰਨਾ ਕੁਛ ਕੀਤਾ, ਪਰ ਅੰਤ ਵਿੱਚ ਮਿਲਿਆ ਕੁਛ ਵੀ ਨਹੀਂ। ਇਹੀ ਤਾਂ ਦੁੱਖਾਂ ਦਾ ਕਾਰਨ ਹੈ, ਇਹੀ ਤਾਂ ਇਨਸਾਨ ਦੀਆਂ ਪਰੇਸ਼ਾਨੀਆਂ ਦਾ ਕਾਰਨ ਹੈ। ਉਸ ਲਈ ਫਕੀਰਾਂ ਨੇ ਰਾਜੇ ਨੂੰ ਕਿਹਾ, ਰਾਜਾ ਹੁਣ ਸਮਝ ਆਈ ਕਿ ਬੰਦੇ ਦੇ ਦੁੱਖਾਂ ਦਾ ਕਾਰਨ ਕੀ ਹੈ? ਮੇਰੀ ਮੇਰੀ, ਮੈਨੂੰ ਮਿਲੇ, ਮੈਨੂੰ ਮਿਲੇ। ਇਸ ਲਈ ਜੇ ਦੁਨੀਆ ਨੂੰ ਸੁੱਖਾਂ ਦਾ ਘਰ ਬਣਾਉਣਾ ਹੈ ਤਾਂ ਫਿਰ ਅਸੀਂ ਇਹ ਕਰ ਸਕਦੇ ਹਾਂ ਕਿ ਇੱਕ ਦੂਜੇ ਦੀ ਮਦਦ ਕਰੀਏ, ਇੱਕ ਦੂਜੇ ਨੂੰ ਦੁੱਖ ਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰੀਏ, ਇੱਕ ਦੂਜੇ ਦੀ ਦੁੱਖ ਵਿੱਚ ਸਹਾਇਤਾ ਕਰਾਂਗੇ ਤਾਂ ਫਿਰ ਦੁਨੀਆ ਦੇ ਉੱਪਰੋਂ ਦੁੱਖ ਖਤਮ ਹੋ ਸਕਦੇ ਹੈ, ਫਿਰ ਦੁਨੀਆ ਤੇ ਖੁਸ਼ੀ ਆ ਸਕਦੀ ਹੈ। ਤਾਂ ਜੇ ਅਸੀਂ ਇੱਕ ਦੂਜੇ ਦੀ ਲੱਤ ਹੀ ਖਿੱਚਦੇ ਰਵਾਂਗੇ, ਇੱਕ ਦੂਜੇ ਨੂੰ ਦੁੱਖ ਹੀ ਦਿੰਦੇ ਰਵਾਂਗੇ, ਤਾਂ ਫਿਰ ਜ਼ਰਾ ਸੋਚੋ ਫਿਰ ਦੁਨੀਆ ਤੇ ਖੁਸ਼ੀ ਕਿੱਥੋਂ ਆਏਗੀ?
ਫਿਰ ਦੁਨੀਆ ਤੇ ਆਨੰਦ ਕਿੱਥੋਂ ਆਏਗਾ। ਇਸ ਲਈ ਅਸੀਂ ਤੁਹਾਨੂੰ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਵੀ ਬਾਜ ਦੀ ਤਰ੍ਹਾਂ ਹੋ, ਯਾਨੀ ਤੁਹਾਡੇ ਅੰਦਰ ਵੀ ਉਹ ਉੱਚੀ ਉਡਾਰੀ ਮਾਰਨ ਦੇ ਸਾਰੇ ਗੁਣ ਮੌਜੂਦ ਹੈ। ਤੁਹਾਡੇ ਅੰਦਰ ਸਾਰੀਆਂ ਕੁਆਲਿਟੀਆਂ, ਸਾਰੀਆਂ ਖੂਬੀਆਂ ਮੌਜੂਦ ਹੈ ਕਿ ਤੁਸੀਂ ਉੱਚੀਆਂ ਉਡਾਰੀਆਂ ਮਾਰ ਸਕੋ। ਪਰ ਹੁੰਦਾ ਕੀ ਹੈ, ਅਸੀਂ ਕੋਸ਼ਿਸ਼ ਨਹੀਂ ਕਰਦੇ। ਦੂਜਿਆਂ ਦੀਆਂ ਗੱਲਾਂ ਸੁਣ ਕੇ ਤੇਤੋਂ ਕਿੱਥੇ ਹੋਣਾ ਹੈ, ਤੂੰ ਕਾਮਯਾਬ ਨਹੀਂ ਹੋਣਾ, ਤੇਤੋਂ ਕਿੱਥੇ ਬੰਦਗੀ ਹੋਣੀ, ਉਹ ਤੂੰ ਕਿੱਥੇ ਉੱਥੇ ਪਹੁੰਚਣਾ, ਤੂੰ ਤਾਂ ਪਾਪੀ। ਇਹ ਸੋਚਾਂ ਸੋਚ ਕੇ ਅਸੀਂ ਕਦੀ ਕੋਸ਼ਿਸ਼ ਕਰਦੇ ਨਹੀਂ। ਔਰ ਸਾਡੇ ਅੰਦਰ ਜਿਹੜੀ ਉਹ ਖੂਬੀ ਹੈ, ਸਾਡੇ ਅੰਦਰ ਜਿਹੜੇ ਗੁਣ ਹੈ, ਉਹ ਸਾਡੇ ਅੰਦਰ ਹੀ ਦਬੇ ਰਹਿ ਜਾਂਦੇ ਔਰ ਇਦਾਂ ਹੀ ਮਰ ਜਾਂਦੇ। ਜਿਹਦਾ ਸਮਝ ਲਓ ਹਰੀ ਰੂਪੀ ਹੀਰਾ ਸਾਡੇ ਅੰਦਰ ਹੈ, ਪਰ ਪ੍ਰਗਟ ਕਦੋਂ ਹੋਏਗਾ, ਜਦੋਂ ਅਸੀਂ ਕੋਸ਼ਿਸ਼ ਕਰਾਂਗੇ, ਫੇਰ ਹੀ ਸਾਡੇ ਅੰਦਰਲਾ ਹੀਰਾ ਬਾਹਰ ਆਏਗਾ। ਤਾਂ ਜੇ ਕਦੀ ਕੋਸ਼ਿਸ਼ ਨਾ ਕਰਾਂਗੇ ਤਾਂ ਹਰੀ ਤਾਂ ਅੰਦਰ ਹੈ। ਹੁਣ ਅੰਤ ਆ ਗਿਆ, ਸਵਾਸ ਨਿਕਲ ਗਏ, ਬੰਦਾ ਮਰ ਗਿਆ, ਤਾਂ ਹੁਣ ਚੱਕ ਕੇ ਸਰੀਰ ਨੂੰ ਸਾੜ ਦਿੱਤਾ। ਯਾਨੀ ਉਹ ਹਰੀ ਤਾਂ ਅੰਦਰ ਸੀ, ਪਰ ਜਾਣ ਨਹੀਂ ਪਾਏ, ਉਹਨੂੰ ਸਮਝ ਨਹੀਂ ਪਾਏ, ਉਹ ਮਿੱਟੀ ਹੋ ਗਿਆ। ਸਾਡਾ ਗੁਣ, ਸਾਡੀ ਖੂਬੀ ਮਿੱਟੀ ਹੋ ਗਈ। ਇਸ ਲਈ ਆਖਰਲੇ ਵਚਨਾਂ 'ਚ ਇਹੀ ਕਹਾਂਗੇ ਕਿ ਇਸ ਕਹਾਣੀ ਨੂੰ ਸਦਾ ਆਪਣੇ ਅੰਦਰ ਯਾਦ ਰੱਖੋ ਔਰ ਆਪਣੇ ਮਾਲਿਕ ਤੇ ਵਿਸ਼ਵਾਸ ਰੱਖੋ। ਕਿਉਂ? क्योंकि वो घर बैठे भी डूब गए, वो घर बैठे भी डूब गए, जिन्हें खुद पर गुमान था, वो डूबते डूबते भी तैर गए, जिन पे मेरा मालिक मेहरबान था। जरा समझना सारे जी, डुबना सिर्फ पानी विच ही नहीं हुंदा। कई बार बंदा अपने हंकार दे नाल घर बैठा भी डुब जाता है। बंदा कहता ना, हाय मेरा बिजनेस डुब गया, मैं तो मर गया, मैं तो लुट गया, मेरा सब कुछ बर्बाद हो गया। हुण जरा गौर करना, ਜਿਹੜੇ ਹੰਕਾਰ ਕਰਨ ਵਾਲੇ ਹੈ ਉਹਨਾਂ ਨੂੰ ਡੁਬਾਉਣ ਵਾਸਤੇ ਪਾਣੀ ਦੀ ਲੋੜ ਨਹੀਂ ਹੈ, ਉਹ ਤਾਂ ਉਹਨਾਂ ਦਾ ਹੰਕਾਰ ਹੀ ਉਹਨਾਂ ਨੂੰ ਲੈ ਡੁੱਬਦਾ ਹੈ। ਇਸ ਲਈ ਜਿਹੜੇ ਹੰਕਾਰ ਕਰਦੇ ਕਿ ਮੈਨੂੰ ਗੁਰੂਆਂ ਦੀ ਲੋੜ ਕੀ, ਮੈਨੂੰ ਸੰਤਾਂ ਦੀ ਲੋੜ ਕੀ, ਮੈਨੂੰ ਫਕੀਰਾਂ ਦੀ ਸੋਭਤ ਜਾਣ ਦੀ ਲੋੜ ਕੀ, ਜਿਹੜੇ ਗੁਮਾਨ ਕਰਦੇ ਐ ਉਹ ਡੁੱਬਦੇ ਐ। ਤਾਂ ਜਿਹੜੇ ਆਪਣੇ ਮਾਲਿਕ ਤੇ ਵਿਸ਼ਵਾਸ ਕਰਦੇ ਐ ਉਹ ਦਰਿਆ ਅੰਦਰ ਵੀ ਚਲੇ ਜਾਣ ਨਾ, ਲਹਿਰਾਂ ਜਿੰਨੀਆਂ ਮਰਜ਼ੀ ਹੋਣ, ਤੂਫਾਨ ਜਿੰਨੇ ਮਰਜ਼ੀ ਹੋਣ, ਆ ਜਿਹੜੇ ਬੜੇ ਤੋਂ ਬੜੇ ਤੂਫਾਨ ਹੋਵੇ ਉਹਨਾਂ ਦੀ ਕਸ਼ਤੀ ਦਰਿਆ ਦੇ ਵਿੱਚ, ਪਰ ਇੱਕ ਵਾਰ ਵੀ ਕਹਿ ਦਿੰਦੇ ਮੈਨੂੰ ਆਪਣੇ ਮਾਲਿਕ ਤੇ ਵਿਸ਼ਵਾਸ ਹੈ ਕਿ ਉਹ ਮੇਰੇ ਨਾਲ ਹੈ, ਮੇਰੀ ਕਸ਼ਤੀ ਕਦੀ ਡੁੱਬ ਨਹੀਂ ਸਕਦੀ। ਉਹਨਾਂ ਦਾ ਇਹ ਵਿਸ਼ਵਾਸ ਹੀ ਉਹ ਮਾਲਿਕ ਦੀ ਰਹਿਮਤ ਦੇ ਨਾਲ ਉਹਨਾਂ ਨੂੰ ਕਿਨਾਰੇ ਤੇ ਲੈ ਆਂਦਾ ਹੈ। ਇਸ ਲਈ ਉਹ ਡੂਬਤੇ ਡੂਬਤੇ ਵੀ ਬਚ ਗਏ, ਜਿਨ ਪੇ ਮੇਰਾ ਮਾਲਿਕ ਮਿਹਰਬਾਨ ਥਾ। ਜੇ ਤੇ ਮਾਲਿਕ ਦੀ ਮਿਹਰਬਾਨੀ ਹੋ ਜਾਵੇ, ਜੇ ਤੇ ਮਾਲਿਕ ਦੀ ਨਜ਼ਰ ਹੋ ਜਾਵੇ, ਫਿਰ ਉਹ ਮਾਲਿਕ ਉਹਨੂੰ ਡੁੱਬਣ ਨਹੀਂ ਦਿੰਦਾ, ਉਹਨੂੰ ਡੁੱਬਦੇ ਨੂੰ ਵੀ ਤਾਰ ਦਿੰਦਾ ਹੈ। ਜਿੱਦਾਂ ਮਾਈ ਰੂੜੀ ਦੇ 12 ਸਾਲਾਂ ਦੇ ਬੇੜੇ ਹਜ਼ੂਰ ਨੇ ਤਾਰ ਦਿੱਤੇ, ਉਹ ਡੁੱਬਦੇ ਵੀ ਤਰ ਜਾਂਦੇ ਐ ਜਿਨ੍ਹਾਂ ਦੇ ਦਿਲਾਂ 'ਚ ਪਿਆਰ ਹੈ, ਵਿਸ਼ਵਾਸ ਹੈ। ਇਸ ਲਈ ਆਖਰਲੇ ਵਚਨਾਂ 'ਚ ਇਹੀ ਕਹਾਂਗੇ ਕਿ ਤੁਸੀਂ ਵੀ ਆਪਣੇ ਅੰਦਰਲੇ ਗੁਣਾਂ ਨੂੰ ਪਹਿਚਾਣੋ, ਤੁਸੀਂ ਵੀ ਉਹ ਆਨੰਦ ਦੀਆਂ ਉਡਾਰੀਆਂ ਮਾਰ ਸਕਦੇ ਹੋ। ਤੁਹਾਡੇ ਅੰਦਰ ਵੀ ਉਹ ਪਰਮ ਪਿਤਾ परमात्मा ਦਾ ਨੂਰ ਹੈ। अव्वल अल्लाह ਨੂਰ ਉਪਾਇਆ, ਕੁਦਰਤ ਦੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੋ ਭਲੇ ਕੋ ਬੰਦੇ। ਸਾਡੇ ਸਭ ਦੇ ਅੰਦਰ ਉਹਦਾ ਨੂਰ ਹੈ, ਬਸ ਸਾਨੂੰ ਥੋੜੀ ਜਿਹੀ ਕੋਸ਼ਿਸ਼ ਕਰਨ ਦੀ ਲੋੜ ਹੈ ਕਿ ਆਪਣੇ ਅੰਦਰਲੇ ਨੂਰ ਨੂੰ ਕਿੱਦਾਂ ਪ੍ਰਗਟ ਕਰੀਏ। ਔਰ ਉਹ ਯੁਕਤੀ ਸਾਨੂੰ ਸੰਤਾਂ ਗੁਰੂਆਂ ਰਹਿਬਰਾਂ ਦੇ ਕੋਲੋਂ ਮਿਲਦੀ ਹੈ। ਜਦੋਂ ਸੰਤਾਂ ਦੀ ਸੰਗਤ ਕਰਾਂਗੇ, ਸੰਤਾਂ ਦੀ ਸੋਹਬਤ ਕਰਾਂਗੇ, ਉਹ ਗਿਆਨ ਲਵਾਂਗੇ, ਯੁਕਤੀ ਲਵਾਂਗੇ, ਤਾਂ ਫਿਰ ਸਾਨੂੰ ਵੀ ਉਹ ਕਲਾ ਮਿਲ ਜਾਏਗੀ ਕਿ ਅਸੀਂ ਵੀ ਮੁਰਗੀਆਂ ਦੇ ਬਾੜੇ ਝੋੜ ਕੇ ਬਾਜ ਦੀ ਤਰ੍ਹਾਂ ਉੱਚੀਆਂ ਉਡਾਰੀਆਂ ਮਾਰ ਸਕਦੇ ਹਾਂ। ਫਿਰ ਸਾਡੀ ਸੁਰਤ ਵੀ ਵਿਸ਼ੇ ਵਿਕਾਰਾਂ ਦੇ ਬਾੜੇ ਚੋਂ ਨਿਕਲੇਗੀ ਔਰ ਪਰਮਾਤਮਾ ਦੇ ਆਨੰਦ ਰੂਪੀ ਆਕਾਸ਼ ਦੀਆਂ ਉਡਾਰੀਆਂ ਮਾਰੇਗੀ ਔਰ ਸਾਡਾ ਇਹ ਜੀਵਨ ਵੀ ਸਫਲ ਹੋ ਜਾਏਗਾ, ਸਾਡਾ ਜਨਮ ਸਫਲ ਹੋ ਜਾਏਗਾ। ਇਸ ਲਈ ਆਓ ਸਤਸੰਗ ਦੇ ਨਾਲ ਜੁੜੋ, ਗਿਆਨ ਦੇ ਨਾਲ ਜੁੜੋ ਔਰ ਆਪਣੀ ਜ਼ਿੰਦਗੀ ਨੂੰ, ਆਪਣੇ ਜੀਵਨ ਨੂੰ ਸਫਲ ਬਣਾਓ। ਔਰ ਹੁਣ ਇਹਨਾਂ ਵਚਨਾਂ ਦੇ ਨਾਲ ਹੀ ਅਸੀਂ ਅੱਜ ਦੇ ਸਤਸੰਗ ਦੀ ਸਮਾਪਤੀ ਕਰਾਂਗੇ ਔਰ ਅੰਤ ਵਿੱਚ ਇਹੀ ਉਸ ਮਾਲਿਕ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਾਂਗੇ ਕਿ ਮਾਲਿਕ ਤੁਹਾਨੂੰ ਸਭ ਨੂੰ ਨਾਮ ਨਾਲ ਜੁੜਨ ਦੀ ਤਾਕਤ ਦੇਣ, ਤੁਹਾਨੂੰ ਸਭ ਨੂੰ ਨਾਮ ਜਪਣ ਦੀ ਤਾਕਤ ਦੇਣ, ਸੇਵਾ ਸਿਮਰਨ ਕਰਨ ਦਾ ਮਾਲਿਕ ਤੁਹਾਨੂੰ ਬਲ ਬਖਸ਼ਣ ਔਰ ਆਪਣੀ ਕਿਰਪਾ, ਦਇਆ, ਮਿਹਰ, ਰਹਿਮਤ, ਬਖਸ਼ਿਸ਼ ਹਮੇਸ਼ਾ ਹੀ ਮਾਲਿਕ ਤੁਹਾਡੇ ਤੇ ਬਣਾਏ ਰੱਖਣ। ਆਉਣ ਵਾਲਾ ਸਮਾਂ ਤੁਹਾਡੇ ਸਭ ਦੇ ਵਾਸਤੇ ਖੁਸ਼ੀਆਂ, ਰਹਿਮਤਾਂ, ਬਰਕਤਾਂ ਭਰਿਆ ਹੋਵੇ। ਇਹੀ ਸਾਡੀ ਉਸ ਮਾਲਿਕ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ। ਔਰ ਹੁਣ ਅੰਤ ਵਿੱਚ ਤੁਹਾਡੇ ਸਭ ਦੇ ਅੰਦਰ ਵਸਦੇ ਉਸ ਮਾਲਿਕ ਨੂੰ ਅਸੀਂ ਪ੍ਰਣਾਮ ਕਰਦੇ ਹਾਂ। ਸਾਡਾ ਪ੍ਰਣਾਮ ਸਵੀਕਾਰ ਕਰੋ। ਜੈ ਮਾਲਕਾਂ ਦੀ।